ਜਿਹੜੇ ਡੋਰਾਂ ਤੇ ਜਦੋਂ ਜਾਂਦੇ ਸੀ ਡੋਰ ਨੌਕਿੰਗ ਤੇ ਉਹ ਇੱਕ ਤਾਂ ਇਹ ਲੱਗਦਾ ਸੀ ਕਿ ਲੋਕ ਬਹੁਤ ਚਿਰ ਤੋਂ ਬੇਸਬਰੀ ਦੇ ਨਾਲ ਇਸ ਘੜੀ ਦੀ ਉਡੀਕ ਕਰ ਰਹੇ ਨੇ, ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਨੇ ਪੂਰਾ ਸਮਾਂ ਪਿਛਲੇ 4 ਸਾਲ ਦਾ ਹੰਢਾਇਆ, ਜਿਸ ਤਰ੍ਹਾਂ ਦੇ ਇੰਪੈਕਟ ਉਹਨਾਂ ਦੀ ਜ਼ਿੰਦਗੀ ਤੇ ਪਏ ਨੇ, ਉਹ ਆਪਣੀ ਫੀਡਬੈਕ ਦੇਣਾ ਚਾਹੁੰਦੇ ਸੀ ਬਹੁਤ ਜ਼ੋਰਦਾਰ ਢੰਗ ਨਾਲ, ਔਰ ਉਹਨਾਂ ਨੂੰ ਆਪਣੇ ਫਿਊਚਰ ਦਾ ਫਿਕਰ ਵੀ ਹੈ। ਪਹਿਲੀ ਗੱਲ ਤਾਂ ਇਹ ਹੈ ਜੀ ਵੀ ਜਦੋਂ UCP ਆਈ ਆ ਉਸ ਵੇਲੇ ਜਿਹੜਾ ਆਪਣੇ ਮਲਟੀ ਕਾਰਪੋਰੇਸ਼ਨ ਜਿਹੜੀਆਂ ਕੰਮ ਕਰਦੀਆਂ ਜੀ, ਰਿਚ ਜਾਂ ਵੈਲਥੀ ਕਾਰਪੋਰੇਸ਼ਨ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਦਾ 12% ਸੀ ਟੈਕਸ, ਤੇ ਇਹਨਾਂ ਨੇ ਰੋਲ ਬੈਕ ਕਰਕੇ ਉਹ ਜਿਹੜਾ 8% ਕਰਤਾ, ਜਿਹਦੇ ਨਾਲ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਆਪਣੇ ਬਜਟ ਦੇ ਵਿੱਚ ਲਿਖਿਆ ਸੀਗਾ ਪੇਜ 44 ਨੰਬਰ ਦੇ ਉੱਤੇ, ਉਹਦੇ ਨਾਲ ਜਿਹੜਾ ਸਰਕਾਰੀ ਰੈਵਨਿਊ ਆ ਜੀ ਉਹਨੂੰ $4.7 ਬਿਲੀਅਨ ਦਾ ਘਾਟਾ ਪੈਣਾ ਸੀ। ਉਹ ਸਾਰਾ ਘਾਟਾ ਕਿਸ ਤਰ੍ਹਾਂ ਲੋਕਾਂ ਦੀ ਬੈਕ ਦੇ ਉੱਤੇ ਲੋਕਾਂ ਦੇ ਸਿਰ ਭਾਰ ਪਾ ਕੇ ਕੀਤਾ ਗਿਆ, ਉਹਨਾਂ ਦੀਆਂ ਸਰਵਿਸਿਜ਼ ਕੱਟੀਆਂ ਗਈਆਂ, ਉਹ ਜਿਹੜੇ ਸੀਨੀਅਰਸ ਸੀ ਉਹਨਾਂ ਦੇ ਭਾਰ ਪਾਇਆ ਗਿਆ, ਜਿਹੜੇ ਏਜ ਦੇ ਉੱਤੇ ਡਿਸੇਬਲ ਲੋਕ ਨੇ, ਵਲਨਰੇਬਲ ਲੋਕ ਨੇ, ਜਾਂ ਸਟੂਡੈਂਟਸ ਨੇ ਜਿਹੜੇ ਸਪੈਸ਼ਲ ਨੀਡ ਜਾਂ ਜਿਹੜੇ ਜਿਨ੍ਹਾਂ ਦੀ ਜਿਹੜੀ ਐਜੂਕੇਸ਼ਨਲ ਡਿਸੇਬਿਲਟੀਜ਼ ਚੈਲੰਜਸ ਹੈਗੇ ਆ ਜੀ, ਉਹਨਾਂ ਦੇ ਭਾਰ ਪਾ ਕੇ ਉਹਨਾਂ ਦੇ ਪ੍ਰੋਗਰਾਮ ਕੱਟ ਕੇ ਸਕੂਲਾਂ 'ਚੋਂ ਟੀਚਰ ਕੱਢ ਕੇ ਇਸ ਤਰ੍ਹਾਂ ਉਹਨਾਂ ਨੇ ਕੀਤਾ ਗਿਆ। ਇਹ ਇੱਕ ਖਾਸ ਤਰ੍ਹਾਂ ਦਾ ਆਈਡੀਆ ਜਿਹੜਾ UCP ਦਾ ਹੈ ਸੀ ਕਿ ਲੋਕਾਂ ਦੇ ਸਿਰ ਭਰ ਪਾ ਕੇ ਉਹਨਾਂ ਨੂੰ ਇਸ ਤਰ੍ਹਾਂ ਪਤਿਆਓ ਤਾਂ ਕਿ ਇਲੈਕਸ਼ਨਾਂ ਦੇ ਵਿੱਚ ਸਾਡੇ ਕੰਮ ਆਉਣ। ਮਾਰਚ ਦੇ ਐਂਡ ਤੱਕ ਬਹੁਤ ਸਾਰੇ ਦਾਅਵੇ ਕੀਤੇ ਗਏ, ਹੈਲਥ ਮਿਨਿਸਟਰ ਵੱਲੋਂ ਅਨਾਉਂਸਮੈਂਟਸ ਕੀਤੀਆਂ ਗਈਆਂ ਵੀ ਆਹ ਫੰਡ ਐਲੋਕੇਟ ਕੀਤੇ ਗਏ ਨੇ, ਆਹ ਕੀਤੇ ਗਏ ਨੇ, ਉਹ ਖੁੱਲ੍ਹ ਜਾਣਗੇ। ਇਸ ਗੱਲ ਦੇ ਬਾਵਜੂਦ ਉਹ ਖੁੱਲ੍ਹੇ ਨਹੀਂ ਹਨ ਕਿ ਰੋ ਕੇ ਕਈ ਵਾਰੀ ਆਪਣਾ ਹਾਲ ਦੱਸਦੇ ਨੇ। ਬਹੁਤ ਸਾਰੇ ਪ੍ਰੈਕਟੀਸ਼ਨਰ ਜਿਹੜੇ ਨੇ, ਡਾਕਟਰ ਜਿਹੜੇ ਨੇ, ਉਹ ਇੱਥੋਂ ਛੱਡ ਕੇ ਵੀ ਬਾਹਰ ਚਲੇ ਗਏ ਨੇ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੂੰ ਟਰੀਟ ਕੀਤਾ ਗਿਆ ਜੀ, ਹਿਊਮਿਲੀਏਟ ਕੀਤਾ ਗਿਆ, ਟਰੀਟ ਕੀਤਾ ਜਾਣਾ ਵੀ ਕਹਿਣਾ ਵੀ ਗਲਤ ਸ਼ਬਦ ਹੈ, ਤੇ ਉਹਨਾਂ ਨੂੰ ਲੱਗਾ ਕਿ ਇੱਥੇ ਕੋਈ ਜਿਹੜੀ ਆ ਉਹ ਸਤਿਕਾਰਯੋਗ ਸਾਡੀ ਜਿਹੜੀ ਜ਼ਿੰਦਗੀ ਡਿਗਨੀਫਾਈਡ ਲਾਈਫ ਜਿਹੜੀ ਐਕਸਪੈਕਟ ਨਹੀਂ ਕੀਤੀ ਜਾ ਸਕਦੀ। ਡੇਨੀਅਲ ਸਮਿਥ ਕੋਲ ਆਪਣਾ ਕੋਈ ਪਲੇਟਫਾਰਮ ਹੈ ਨਹੀਂ ਸੀ, ਸਿਰਫ ਮਿਸਗਾਈਡਡ ਮਿਸਲੀਡਿੰਗ ਇਨਫੋਰਮੇਸ਼ਨ ਤੋਂ ਬਿਨਾਂ, ਡਿਨਾਈ ਕਰਨ ਤੋਂ ਬਿਨਾਂ, ਜਾਂ ਇਹ ਕਹਿਣ ਤੋਂ ਬਿਨਾਂ ਕਿ ਤੁਸੀਂ ਮੇਰੀਆਂ ਗੱਲਾਂ ਤੇ ਨਾ ਜਾਓ, ਮੇਰੇ ਕੰਮਾਂ ਤੇ ਜਾਓ, ਮੇਰੇ ਕੰਮਾਂ ਨੂੰ ਨਾ ਦੇਖੋ, ਮੇਰੇ ਗੱਲਾਂ ਨੂੰ ਦੇਖੋ। ਦੋਨਾਂ ਦੀ ਜਿਹੜੀ ਕੰਟਰਡਿਕਸ਼ਨ ਸੀ ਉਹ ਆਪਣੀਆਂ ਕਈਆਂ ਹੋਈਆਂ ਗੱਲਾਂ ਤੋਂ ਬੈਕ ਟਰੈਕ ਕਰਦੇ ਲਗਾਤਾਰ ਨਜ਼ਰ ਆਏ। UCP ਦੇ ਮਿਨਿਸਟਰ ਪੰਜਾਬੀ ਭਾਈਚਾਰੇ ਨੂੰ ਬਿਲੋਂਗ ਕਰਦੇ ਸੀ, ਉਹਨਾਂ ਨੇ ਇਹਦੇ 'ਚ ਇਹ ਦੇਖਣ ਦੀ ਬਜਾਏ ਵੀ ਘਾਟ ਕਿੱਥੇ ਰਹਿ ਗਈ ਹੈ ਜਾਂ ਇਹ ਹੈਲਪ ਕਿੱਥੇ ਕਰਨੀ ਆ, ਨਮੋਸ਼ੀ ਸਮਝਦਿਆਂ ਹੋਇਆਂ 5-4 ਭਾਈਚਾਰੇ ਦੇ ਕੋਈ ਟਰੱਕਰ ਇਕੱਠੇ ਕਰਕੇ ਕੈਲਗਰੀ ਤੋਂ ਫੋਟੋ ਪਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਟਰੱਕਰ ਮੇਰੇ ਨਾਲ ਨੇ। ਪੰਜਾਬੀ ਨੈਸ਼ਨਲ ਟੈਲੀਵਿਜ਼ਨ ਤੇ ਆਪ ਜੀ ਦਾ ਸਵਾਗਤ ਹੈ ਜੀ। ਮਨਜੀਤ ਸਿੰਘ ਫਿਰਮਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਲੈ ਕੇ ਹਾਜ਼ਰ ਹਾਂ। ਦੋਸਤੋ, ਅਗਰ ਪਾਰਟਿਸਿਪੇਟਰੀ ਡੈਮੋਕ੍ਰੇਸੀ ਦੀ ਗੱਲ ਕਰੀਏ ਤਾਂ ਰਾਈਟ ਟੂ ਵੋਟ ਜਿਹੜਾ ਹੈ ਉਹ ਇਸ ਨੂੰ ਪਾਰਟਿਸਿਪੇਟਰੀ ਡੈਮੋਕ੍ਰੇਸੀ ਬਣਾਉਂਦਾ ਹੈ। ਇਸ ਵੇਲੇ ਅਲਬਰਟਾ ਦੇ ਪ੍ਰੋਵਿੰਸ਼ੀਅਲ ਇਲੈਕਸ਼ਨਸ ਨੂੰ ਲੈ ਕੇ 29 ਮਈ ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਜਿਹੜੀ ਐਡਵਾਂਸ ਪੋਲਿੰਗ ਜਿਹੜੀ ਆ ਆਲਰੇਡੀ ਸਟਾਰਟ ਹੋ ਚੁੱਕੀ ਹੈ, ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਜਿਹੜੇ ਉਮੀਦਵਾਰ ਨੇ ਵੱਖ-ਵੱਖ ਹਲਕਿਆਂ ਤੋਂ, ਵੱਖ-ਵੱਖ ਪਾਰਟੀਆਂ ਦੇ, ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰੀਏ। ਅੱਜ ਸਾਡੇ ਸਟੂਡੀਓ ਵਿੱਚ NDP ਦੇ ਉਮੀਦਵਾਰ ਫਰੋਮ ਐਡਮਿੰਟਨ ਮੈਡੋਜ਼ ਸਰਦਾਰ ਜਸਵੀਰ ਸਿੰਘ ਦਿਓਲ ਸਾਡੇ ਨਾਲ ਜੁੜੇ ਨੇ। ਆਓ ਗੱਲਬਾਤ ਕਰਦੇ ਹਾਂ। ਭਾਜੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਫਿਰਮਾਨ ਜੀ, ਤੇ ਪੰਜਾਬੀ ਨੈਸ਼ਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਵੇਂ ਭਾਜੀ ਆਪਾਂ ਗੱਲ ਕੀਤੀ ਆ ਕਿ ਕੰਪੇਨ ਦੇ ਆਪਾਂ ਨੂੰ 28 ਦਿਨ ਮਿਲੇ ਸੀਗੇ, 24 ਦਿਨ ਮੁਕੰਮਲ ਹੋ ਗਿਆ, ਅੱਜ 25ਵਾਂ ਦਿਨ ਚੱਲ ਰਿਹਾ, ਸਮਾਂ ਬਹੁਤ ਥੋੜ੍ਹਾ ਰਹਿ ਗਿਆ। ਐਡਵਾਂਸ ਪੋਲ ਚੱਲ ਰਹੀ ਆ, ਪਹਿਲਾਂ ਤਾਂ ਇਹ ਦੱਸੋ ਵੋਟ ਪਾਏ ਤੁਸੀਂ? ਬਿਲਕੁਲ ਜੀ, ਅੱਜ ਮੈਂ ਸੱਚ ਹੀ ਬੋਲੂੰਗਾ ਕਿ ਮੇਰੀ ਇੰਟਰਵਿਊ ਤੋਂ ਬਾਅਦ ਰਾਈਟ ਅਵੇ ਜਿਹੜਾ, ਕਿਉਂਕਿ ਇੱਕ ਚੰਗਾ ਖਾਸਾ ਪਰਿਵਾਰ ਆ, ਇਕੱਠੇ ਜਾਣਾ ਚਾਹੁੰਦੇ ਆ, ਬੱਚੇ ਆ, ਤੇ ਇੱਥੋਂ ਨਿਕਲ ਕੇ ਸਿੱਧਾ ਵੋਟ ਪਾਉਣ ਜਾ ਰਹੇ ਆ। ਫਾਇਦਾ ਲੈਣਾ ਬਹੁਤ ਜ਼ਰੂਰੀ ਆ, ਕਿਉਂਕਿ ਐਡਵਾਂਸ ਪੋਲਿੰਗ ਦੇ ਵਿੱਚ ਲਾਈਨ ਅਪ ਹੈ ਨਹੀਂ, ਤੁਸੀਂ ਛੇਤੀ ਵੋਟ ਪਾ ਕੇ ਬਾਹਰ ਨਿਕਲ ਸਕਦੇ ਹੋ, ਤੇ ਮੈਂ ਵੀ ਉਹਦਾ ਫਾਇਦਾ ਲੈਣਾ ਚਾਹੁੰਦਾ। ਬਿਲਕੁਲ ਜੀ, ਥੋੜ੍ਹੇ ਜਿਹੇ ਅੰਕੜੇ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਆ ਕਿ ਐਡਵਾਂਸ ਪੋਲ ਜਿਹੜੀ ਆ 23 ਮਈ ਤੋਂ ਸ਼ੁਰੂ ਹੋ ਚੁੱਕੀ, 27 ਮਈ ਦਿਨ ਸ਼ਨੀਵਾਰ ਸ਼ਾਮ ਨੂੰ 8 ਵਜੇ ਤੱਕ ਚੱਲੇਗੀ, ਔਰ ਅਗਰ ਅਲਬਰਟਾ ਇਲੈਕਸ਼ਨਸ ਦੇ ਡੇਟੇ ਦੇ ਅਕੋਰਡਿੰਗ ਗੱਲ ਕਰੀਏ ਤੇ ਮੰਗਲਵਾਰ ਨੂੰ ਯਾਨੀ ਕਿ ਫਸਟ ਡੇ ਜਿਹੜਾ ਸੀਗਾ ਉਹਦੇ ਵਿੱਚ ਰਿਕਾਰਡ ਤੋੜ ਜਿਹੜੀ ਆ ਵੋਟ ਰਜਿਸਟਰ ਹੋਈ ਆ। 1,61,830 ਵੋਟਰ ਜਿਹੜੇ ਆ ਉਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਵਾ। ਅਗਰ 2019 ਨਾਲ ਕੰਪੇਅਰ ਕਰੀਏ ਤੇ ਇਸੇ ਯਾਨੀ ਕਿ ਪਹਿਲੇ ਦਿਨ 1,40,000 ਅਲਬਰਟਨਸ ਨੇ ਵੋਟ ਕਾਸਟ ਕੀਤੀ ਸੀ। ਅਗਰ ਬੁੱਧਵਾਰ ਯਾਨੀ ਕਿ ਜਿਹੜਾ ਬੀਤਿਆ ਕੱਲ੍ਹ ਇਹਦੀ ਗੱਲ ਕਰੀਏ ਤਾਂ 2,57,000 ਅਲਬਰਟਨਸ ਜਿਹੜੇ ਨੇ ਉਹ ਵੋਟ ਪਾ ਚੁੱਕੇ ਨੇ। ਅਤੇ ਵੇਖੋ ਜੀ, ਮੈਨੂੰ ਲੱਗਦਾ ਵੀ
ਸ਼ਨੀਵਾਰ ਤੱਕ ਘੱਟੋ ਘੱਟ 7 ਲੱਖ ਅਲਬਰਟਨਸ ਵੋਟ ਪਾ ਹੀ ਦੇਣਗੇ। ਤੇ ਇਹਦੇ ਕਾਫੀ ਫਾਇਦੇ ਲੱਗਦੇ ਆ ਮੈਨੂੰ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇੱਕ ਤੇ ਲਾਈਨਾਂ ਵਿੱਚ ਲੱਗਣ ਤੋਂ ਤੁਹਾਨੂੰ ਰਾਹਤ ਮਿਲ ਸਕਦੀ ਆ, ਕਿਉਂਕਿ ਜਿਹੜਾ ਐਕਚੁਅਲ ਡੇਟ ਆਫ ਇਲੈਕਸ਼ਨ ਹੈਗੀ ਆ ਉਸ ਦਿਨ ਬਹੁਤ ਰਸ਼ ਹੋਏਗਾ। ਸੋ ਇਟਸ ਬੈਸਟ ਇਨ ਯੋਰ ਇੰਟਰਸਟ ਕਿ ਬਈ ਫਟਾਫਟ ਵੋਟ ਪਾ ਲਓ ਤਾਂ ਕਿ ਲੰਬੀਆਂ ਲਾਈਨਾਂ ਤੋਂ ਬਚੋ। ਤੇ ਨਾਲ ਦੇ ਨਾਲ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਰਾਜਨੀਤਿਕ ਪਾਰਟੀਆਂ ਨੂੰ ਵੀ ਇਹਦਾ ਬੈਨੀਫਿਟ ਹੁੰਦਾ ਵਾ, ਉਹਨਾਂ ਨੂੰ ਨਾਲ ਦੇ ਨਾਲ ਮੈਨੂੰ ਲੱਗਦਾ ਕੁਛ ਨਾ ਕੁਛ ਰੁਝਾਨ ਤੇ ਪਤਾ ਲੱਗਦੇ ਰਹਿੰਦੇ ਨੇ। ਇੱਕ ਤਾਂ ਇਹ ਆ ਜੀ ਕਿ ਮੈਂ ਲਗਾਤਾਰ ਤੁਹਾਡੀ ਗੱਲਬਾਤ ਆਪਸ ਵਿੱਚ ਹੁੰਦੀ ਰਹੀ ਆਪਣੀ, ਹਾਂਜੀ। ਟੀਵੀ ਤੇ ਵੀ ਹੋਈ ਆ, ਅਨਅਫੀਸ਼ੀਅਲ ਵੀ ਜੀ। ਜਿਹੜਾ ਡੋਰਾਂ ਤੇ ਜਦੋਂ ਜਾਂਦੇ ਸੀ ਡੋਰ ਨੌਕਿੰਗ ਤੇ, ਉਹ ਇੱਕ ਤਾਂ ਇਹ ਲੱਗਦਾ ਸੀ ਕਿ ਲੋਕ ਬਹੁਤ ਚਿਰ ਤੋਂ ਬੇਸਬਰੀ ਦੇ ਨਾਲ ਇਸ ਘੜੀ ਦੀ ਉਡੀਕ ਕਰ ਰਹੇ ਨੇ, ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਨੇ ਪੂਰਾ ਸਮਾਂ ਪਿਛਲੇ 4 ਸਾਲ ਦਾ ਹੰਢਾਇਆ, ਜਿਸ ਤਰ੍ਹਾਂ ਦੇ ਇੰਪੈਕਟ ਉਹਨਾਂ ਦੀ ਜ਼ਿੰਦਗੀ ਤੇ ਪਏ ਨੇ, ਉਹ ਆਪਣੀ ਫੀਡਬੈਕ ਦੇਣਾ ਚਾਹੁੰਦੇ ਸੀ ਬਹੁਤ ਜ਼ੋਰਦਾਰ ਢੰਗ ਨਾਲ, ਔਰ ਉਹਨਾਂ ਨੂੰ ਆਪਣੇ ਫਿਊਚਰ ਦਾ ਫਿਕਰ ਵੀ ਹੈ। ਤੇ ਇਹ ਵੋਟਾਂ ਦੇ ਰੁਝਾਨ ਤੋਂ ਵੀ ਸਾਹਮਣੇ ਆ ਰਿਹਾ। ਦੂਸਰਾ ਮੈਂ ਫਿਰ ਇਹ ਵੀ ਕਹਿਣਾ ਚਾਹੁੰਦਾ ਆਪਣੇ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਐਡਮਿੰਟਨ ਮੈਡੋਜ਼ ਆ, ਇਸ ਰਾਈਡਿੰਗ ਦੀ ਜਿਹੜੀਆਂ ਐਡਵਾਂਸ ਪੋਲਿੰਗ ਹੈ ਉਹ 2 ਥਾਂ ਤੇ ਹੁੰਦੀ ਆ। ਇੱਕ ਹੈਗਾ 3705 ਤੇ ਜਿਹੜਾ ਰਿਚਮੰਡ ਕਮਿਊਨਿਟੀ ਲੀਗ ਹਾਲ ਹੈ, ਉਹ ਮਿਲਵਰਡ ਰੋਡ ਈਸਟ ਤੇ 3705 ਤੇ ਆ। ਦੂਜਾ ਹੈਗਾ ਮੈਡੋਲੈਂਡਸ ਬੈਪਟਿਸਟ ਚਰਚ, ਜਿਹੜਾ 17 ਸਟਰੀਟ ਤੇ 23 ਸਟਰੀਟ ਦੇ ਜਿਹੜਾ ਉਹ ਕਾਰਨਰ ਦੇ ਉੱਤੇ ਆ। 9 ਤੋਂ ਲੈ ਕੇ ਸਵੇਰ ਦੇ 9 ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਵੋਟਿੰਗ ਹੁੰਦੀ ਆ। ਟਾਈਮ ਬਹੁਤ ਖੁੱਲ੍ਹਾ ਆ ਔਰ ਰਸ਼ ਨਹੀਂ ਹੁੰਦਾ, ਇਹਦਾ ਫਾਇਦਾ ਉਠਾਉਣਾ ਚਾਹੀਦਾ, ਕਿਉਂਕਿ ਜਿਹੜਾ ਫਾਈਨਲ ਇਲੈਕਸ਼ਨ ਡੇ ਆ ਉਹਦੇ ਤੇ ਆਪਣੀ ਜ਼ਿੰਦਗੀ ਵੀ ਬਹੁਤ ਰੁਝਾਵਿਆਂ ਭਰਪੂਰ ਆ। ਕਈ ਵਾਰੀ ਪਲਾਨ ਬਣਾਉਂਦੇ ਰਹੀਦਾ ਵੀ ਸਵੇਰੇ ਜਾਂਦੇ ਸ਼ਾਮ ਨੂੰ ਜਾਂਦੇ ਆ, ਤਾਂ ਫਿਰ ਜਦੋਂ ਤੁਸੀਂ ਟਾਈਮ ਥੋੜ੍ਹਾ ਕੱਢਿਆ ਹੁੰਦਾ ਉਹਦੇ ਲਈ, ਪਰ ਲਾਈਨ ਅਪ ਲੰਬੀ ਹੁੰਦੀ ਹੈ ਤਾਂ ਮੁਸ਼ਕਿਲ ਬਣ ਜਾਂਦੀ ਆ। ਤੇ ਪਾਰਟਿਸਿਪੇਸ਼ਨ ਜਿਹੜੀ ਇਹਦੇ 'ਚ ਬਹੁਤ ਜ਼ਰੂਰੀ ਆ। ਸਾਨੂੰ ਤਾਂ ਇਸ ਗੱਲ ਦੀ ਸਮਝ ਆ, ਕਿਉਂਕਿ ਸਾਡੇ ਭਾਈਚਾਰੇ ਨੇ ਤਾਂ ਇਹਦੇ ਲਈ ਕੁਰਬਾਨੀਆਂ ਹੀ ਬਹੁਤ ਕੀਤੀਆਂ। 40 ਸਾਲ ਬਹੁਤ ਲੰਬਾ ਸਮਾਂ ਹੁੰਦਾ, ਜੋ ਤੁਹਾਨੂੰ ਇਹ ਕਹਿ ਦੇਣ ਕਿ ਤੁਸੀਂ ਵੋਟ ਨਹੀਂ ਪਾ ਸਕਦੇ। ਇਸ ਕਰਕੇ ਇਹਦੀ ਵੋਟ ਦੀ ਵਰਤੋਂ ਜ਼ਰੂਰ ਕਰੋ, ਔਰ ਵੋਟ ਦੀ ਵਰਤੋਂ ਇਸ ਨਾਂ ਤੇ ਕਰੋ ਕਿ ਜਿਹੜਾ ਸਾਡਾ ਆਪਣਾ ਭਵਿੱਖ ਤੇ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਆ ਉਹ ਬਿਹਤਰ ਹੋਣਾ ਚਾਹੀਦਾ। ਬਿਲਕੁਲ ਜੀ। ਔਰ ਤੁਸੀਂ ਵੋਟ ਜਿਹੜਾ ਹੈ, ਵੋਟ ਦਾ ਰਾਈਟ ਹੈ, ਬਿਲਕੁਲ ਸੋਚ ਸਮਝ ਕੇ ਕਰਨਾ ਹੈ। ਤਾਂ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਪਲੇਟਫਾਰਮ ਤੋਂ ਵੱਖ-ਵੱਖ ਪੋਲੀਟੀਕਲ ਪਾਰਟੀਜ਼ ਦੇ ਕੈਂਡੀਡੇਟ ਤੁਹਾਡੇ ਰੂਬਰੂ ਕਰਨ ਦੇ। ਦਿਓ ਸਾਹਿਬ, ਥੋੜ੍ਹੀ ਜੀ ਆਪਾਂ ਇਕੋਨਮੀ ਬਾਰੇ ਗੱਲ ਕਰਦੇ ਹਾਂ। ਆਮ ਤੌਰ ਤੇ UCP ਵੱਲੋਂ ਜਾਂ ਕ੍ਰਿਟਿਕਸ ਜਿਹੜੇ NDP ਦੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜਿਹੜੀ NDP ਪਾਰਟੀ ਹੈਗੀ ਆ, ਇਹ ਜਿਹੜੇ ਖਾਸ ਕਰਕੇ ਬਿਜ਼ਨੈਸਿਸ ਨੇ, ਖਾਸ ਕਰਕੇ ਕਾਰਪੋਰੇਟ ਸੈਕਟਰ ਦੇ ਅਗੇਂਸਟ ਆ। ਇੱਕ ਤੁਹਾਡੀ ਪ੍ਰੋਵੀਜ਼ਨ ਮੈਂ ਦੇਖ ਰਿਹਾ ਸੀਗਾ ਤੁਹਾਡੇ ਪਲੇਟਫਾਰਮ ਦੇ ਉੱਪਰ, ਯਾਨੀ ਕਿ NDP ਦੇ, ਕਿ ਅਗਰ ਤੇ ਛੋਟਾ ਬਿਜ਼ਨਸ ਹੈਗਾ $5 ਲੱਖ ਤੱਕ ਉਹਨਾਂ ਦੀ ਆਮਦਨ ਹੈਗੀ ਐਨੂਅਲ, ਉਹਨਾਂ ਦਾ 2% ਟੈਕਸ ਹੈਗਾ, ਤੁਸੀਂ ਕਹਿੰਦੇ ਵੀ ਉਹਨੂੰ ਆਪਾਂ ਲਿਮੀਨੇਟ ਕਰ ਦਾਂਗੇ, ਵਿਚ ਇਜ਼ ਰੀਅਲੀ ਗੁੱਡ। ਪਰ ਨਾਲ ਦੇ ਨਾਲ ਥੋੜ੍ਹੀ ਜਿਹੀ ਮੈਨੂੰ ਕੰਟਰਾਡਿਕਸ਼ਨ ਦਿਖੀ ਵੀ ਜਿਹੜੇ ਕਾਰਪੋਰੇਟ ਟੈਕਸ ਹੈਗਾ ਵਾ, ਵੱਡੀਆਂ ਫਰਮਸ ਨੇ, ਕਾਰਪੋਰੇਸ਼ਨਸ ਨੇ, ਉਹਨਾਂ ਦਾ ਜਿਹੜਾ ਐਟ ਪ੍ਰੈਜ਼ੈਂਟ ਟੈਕਸ ਹੈਗਾ ਵਾ 8% ਆ, ਤੇ ਤੁਸੀਂ ਕਹਿ ਰਹੇ ਵੀ ਇਹਨੂੰ 11% ਕਰ ਦਾਂਗੇ ਵਧਾ ਕੇ। ਇਹਦੇ ਪਿੱਛੇ ਕੀ ਲੌਜਿਕ ਆ? ਪਹਿਲੀ ਗੱਲ ਤਾਂ ਇਹ ਆ ਜੀ ਵੀ ਜਦੋਂ UCP ਆਈ ਆ, ਉਸ ਵੇਲੇ ਜਿਹੜਾ ਆਪਣੇ ਮਲਟੀ ਕਾਰਪੋਰੇਸ਼ਨ ਜਿਹੜੀਆਂ ਕੰਮ ਕਰਦੀਆਂ ਜੀ, ਰਿਚ ਜਾਂ ਵੈਲਥੀ ਕਾਰਪੋਰੇਸ਼ਨ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਦਾ 12% ਸੀ ਟੈਕਸ, ਤੇ ਇਹਨਾਂ ਨੇ ਰੋਲ ਬੈਕ ਕਰਕੇ ਉਹ ਜਿਹੜਾ 8% ਕਰਤਾ, ਜਿਹਦੇ ਨਾਲ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਆਪਣੇ ਬਜਟ ਦੇ ਵਿੱਚ ਲਿਖਿਆ ਸੀਗਾ ਪੇਜ 44 ਨੰਬਰ ਦੇ ਉੱਤੇ, ਉਹਦੇ ਨਾਲ ਜਿਹੜਾ ਸਰਕਾਰੀ ਰੈਵਨਿਊ ਆ ਜੀ, ਉਹਨੂੰ $4.7 ਬਿਲੀਅਨ ਦਾ ਘਾਟਾ ਪੈਣਾ ਸੀ। ਉਹ ਸਾਰਾ ਘਾਟਾ ਕਿਸ ਤਰ੍ਹਾਂ ਲੋਕਾਂ ਦੀ ਬੈਕ ਦੇ ਉੱਤੇ, ਲੋਕਾਂ ਦੇ ਸਿਰ ਭਾਰ ਪਾ ਕੇ ਕੀਤਾ ਗਿਆ, ਉਹਨਾਂ ਦੀਆਂ ਸਰਵਿਸਿਜ਼ ਕੱਟੀਆਂ ਗਈਆਂ, ਔਰ ਜਿਹੜੇ ਸੀਨੀਅਰਸ ਨੇ ਉਹਨਾਂ ਦੇ ਭਾਰ ਪਾਇਆ ਗਿਆ, ਜਿਹੜੇ ਏਜ ਦੇ ਉੱਤੇ ਡਿਸੇਬਲ ਲੋਕ ਨੇ, ਵਲਨਰੇਬਲ ਲੋਕ ਨੇ, ਜਾਂ ਸਟੂਡੈਂਟਸ ਨੇ ਜਿਹੜੇ ਸਪੈਸ਼ਲ ਨੀਡ ਜਾਂ ਜਿਹੜੇ ਜਿਨ੍ਹਾਂ ਦੀ ਜਿਹੜੀ ਐਜੂਕੇਸ਼ਨਲ ਡਿਸੇਬਿਲਟੀਜ਼ ਚੈਲੰਜਸ ਹੈਗੇ ਆ ਜੀ, ਉਹਨਾਂ ਦੇ ਭਾਰ ਪਾ ਕੇ, ਉਹਨਾਂ ਦੇ ਪ੍ਰੋਗਰਾਮ ਕੱਟ ਕੇ, ਸਕੂਲਾਂ 'ਚੋਂ ਟੀਚਰ ਕੱਢ ਕੇ, ਇਸ ਤਰ੍ਹਾਂ ਉਹਨਾਂ ਨੇ ਕੀਤਾ ਗਿਆ। ਤੇ ਇਹ ਜਿਹੜਾ ਤੁਸੀਂ ਕਹਿੰਦੇ ਆ 8 ਤੋਂ 11 ਹੋਣਾ, ਇੱਕ ਤਾਂ ਇਹ ਆ ਕਿ ਪਹਿਲੇ 12 ਨਾਲੋਂ ਸਟਿਲ ਘੱਟ ਹੈ ਅਲਬਰਟਾ 'ਚ, ਦੂਜਾ ਇਹ ਪੂਰਾ ਨਾਰਥ ਅਮਰੀਕਾ ਤੋਂ ਘੱਟ ਹੈ, ਤੀਜਾ ਕਾਰਪੋਰੇਸ਼ਨਾਂ ਨੂੰ ਟੈਕਸ ਪੇ ਕਰਨ ਦੀ ਕੋਈ ਪ੍ਰੋਬਲਮ ਨਹੀਂ, ਕਿਉਂਕਿ ਰਿਚ ਕਾਰਪੋਰੇਸ਼ਨਸ ਆ। ਹਾਂ, ਉਹ ਬਿਜ਼ਨਸ ਤਾਂ ਹੀ ਕਰਨਗੀਆਂ ਜੇ ਉਹਨਾਂ ਕੋਲ ਇੱਥੇ ਜਿਹੜੀ ਮਾਰਕੀਟ ਉਹ ਹੈਗੀ ਆ, ਜੇ ਇੱਥੇ ਡਿਮਾਂਡ ਹੈਗੀ ਆ, ਉਹ ਕ੍ਰੀਏਟ ਕਰਨਾ ਸਰਕਾਰ ਦਾ ਕੰਮ ਆ, ਤੇ ਸਰਕਾਰ ਕੋਲ ਉਹਦੇ ਲਈ ਬਹੁਤ ਪ੍ਰੋਗਰਾਮ ਨੇ। ਇਹ ਜਿਹੜਾ ਪ੍ਰੋਗਰਾਮ ਹੈ ਉਹਦੇ ਤੇ ਬੇਸਡ ਜਿਹੜੀ ਆ ਪ੍ਰਾਈਵੇਟ ਸੈਕਟਰ ਦੇ ਵਿੱਚ 20 ਬਿਲੀਅਨ ਦੀ ਜਿਹੜੀ ਇਨਵੈਸਟਮੈਂਟ ਆ ਉਹ ਪ੍ਰੋਜੈਕਟ ਕੀਤੀ ਜਾ ਰਹੀ, ਜਿਹਦੇ ਨਾਲ 50,000 ਜੌਬ ਜਿਹੜੀਆਂ ਕ੍ਰੀਏਟ ਹੋ ਰਹੀਆਂ। ਤੇ ਕਾਰਪੋਰੇਸ਼ਨ ਨੂੰ ਬੇਸਿਕਲੀ ਪਹਿਲਾਂ ਵੀ ਕੋਈ ਪ੍ਰੋਬਲਮ ਨਹੀਂ ਸੀ, ਇਹ ਇੱਕ ਖਾਸ ਤਰ੍ਹਾਂ ਦਾ ਆਈਡੀਆ ਜਿਹੜਾ UCP ਦਾ ਹੈ ਸੀ ਕਿ ਲੋਕਾਂ ਦੇ ਸਿਰ ਭਰ ਪਾ ਕੇ ਉਹਨਾਂ ਨੂੰ ਇਸ ਤਰ੍ਹਾਂ ਪਤਿਆਓ ਤਾਂ ਕਿ ਇਲੈਕਸ਼ਨਾਂ ਦੇ ਵਿੱਚ ਸਾਡੇ ਕੰਮ ਆਉਣ, ਕਿਉਂਕਿ UCP ਦੀ ਜਿਹੜੀ ਪਾਲਿਸੀ ਪਲੇਟਫਾਰਮ ਹੈ, ਕਦੀ
ਉਹ ਲੋਕਾਂ ਦੀ ਜਿਹੜੀ ਨੁਕਤਾ ਨਿਗਾਹ ਹੁੰਦੀ ਆ ਉਹਦੇ ਤੇ ਬੇਸਡ ਹੈ ਨਹੀਂ। ਇਹ ਪਿਛਲੇ 50 ਸਾਲ ਦਾ ਇਤਿਹਾਸ ਵੀ ਦੱਸਦਾ, ਪਰ 4 ਸਾਲ ਦੇ ਵਿੱਚ ਇਹ ਪੂਰੇ ਐਕਸਟ੍ਰੀਮ ਤੇ ਚਲੇ ਗਏ, ਇਸ ਕਰਕੇ ਜਿਹੜੇ ਲੋਕ ਇਹਨਾਂ ਦੇ ਖਿਲਾਫ ਨੇ। ਦਿਓਲ ਸਾਹਿਬ, ਗਾਹੇ ਗਵਾਹੇ ਸਮੇਂ-ਸਮੇਂ ਤੇ ਸਾਡੀ ਜਿਹੜੀ ਹੈਲਥ ਸਿਸਟਮ ਨੂੰ ਲੈ ਕੇ ਗੱਲਬਾਤ ਹੁੰਦੀ ਰਹਿੰਦੀ ਹੈ। ਰੀਸੈਂਟਲੀ 200 ਜਿਹੜੇ ਐਮਰਜੈਂਸੀ ਡਾਕਟਰ ਨੇ ਉਹਨਾਂ ਨੇ ਇੱਕ ਲੈਟਰ ਲਿਖੀ ਆ ਆਉਣ ਵਾਲੀ ਸਰਕਾਰ, ਚਾਹੇ ਉਹ ਐਨਡੀਪੀ ਦੀ ਬਣਦੀ ਆ ਜਾਂ ਯੂਸੀਪੀ ਦੀ ਬਣਦੀ ਆ, ਕਿ ਭਾਈ ਇਸ ਵੇਲੇ ਇਮੀਡੀਏਟ ਅਟੈਂਸ਼ਨ ਦੇਣ ਦੀ ਲੋੜ ਹੈਗੀ ਆ ਡਾਇਰ ਸਿਚੁਏਸ਼ਨ ਆਫ ਹਸਪੀਟਲਸ। ਕੀ ਮਤਲਬ ਹੈ ਇਸ ਦਾ? ਕੀ ਸਾਡੇ ਹਸਪੀਟਲਸ ਅੱਜ ਦੀ ਡੇਟ ਦੇ ਵਿੱਚ ਵੀ ਅੱਛੀ ਕੰਡੀਸ਼ਨ 'ਚ ਨਹੀਂ ਹੈਗੇ? ਬਿਲਕੁਲ ਨਹੀਂ ਹੈ ਜੀ। ਜਦੋਂ ਆਪਾਂ ਇਹ ਇਲੈਕਸ਼ਨ ਦੇ ਵਿੱਚ ਵੀ ਹਾਂ ਤੇ ਬਹੁਤ ਸਾਰੇ ਜਿਹੜੇ ਹਸਪੀਟਲ ਨੇ ਅਲਬਰਟਾ ਦੀਆਂ ਮਿਊਨਿਸਪੈਲਿਟੀਜ਼ ਜਿਹੜੇ ਪ੍ਰਾਇਮਰੀ ਕੇਅਰ ਨੇ, ਨੈਟਵਰਕ ਕੇਅਰ ਦੂਸਰੇ ਜਾਂ ਹਸਪੀਟਲ, ਉਹਨਾਂ ਦੇ ਐਮਰਜੈਂਸੀ ਰੂਮ ਜਾਂ ਜਿਹੜੀਆਂ ਬਹੁਤ ਹੀ ਕ੍ਰਿਟੀਕਲ ਸਰਵਿਸਿਜ਼, ਆਬਸਟੈਟ੍ਰਿਕਸ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ ਬੰਦ ਪਈਆਂ। ਮਾਰਚ ਤੋਂ ਲੈ ਕੇ ਮਾਰਚ ਦੇ ਐਂਡ ਤੱਕ ਬਹੁਤ ਸਾਰੇ ਦਾਅਵੇ ਕੀਤੇ ਗਏ, ਹੈਲਥ ਮਿਨਿਸਟਰ ਵੱਲੋਂ ਅਨਾਉਂਸਮੈਂਟਸ ਕੀਤੀਆਂ ਗਈਆਂ ਵੀ ਆਹ ਫੰਡ ਐਲੋਕੇਟ ਕੀਤੇ ਗਏ ਨੇ, ਆਹ ਕੀਤੇ ਗਏ ਨੇ, ਉਹ ਖੁੱਲ੍ਹ ਜਾਣਗੇ। ਇਸ ਗੱਲ ਦੇ ਬਾਵਜੂਦ ਉਹ ਖੁੱਲ੍ਹੇ ਨਹੀਂ ਹਨ। ਅਤੇ ਜਿਹੜੀ ਆਪਾਂ ਕਹਿੰਦੇ ਨੇ ਕਪੈਸਿਟੀ ਆ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਘੱਟ ਆ। ਇੱਥੇ ਦਾ ਹਸਪੀਟਲ ਆ 88 ਦਾ ਬਣਿਆ ਹੋਇਆ, ਸ਼ਹਿਰ ਅੱਧੇ ਤੋਂ ਵੱਧ ਗਿਆ ਇੱਧਰ ਨੂੰ, ਅਤੇ ਨਵੀਂ ਕੋਈ ਜਿਹੜੀ ਆ ਉਹ ਡਿਵੈਲਪਮੈਂਟ ਇੱਥੇ ਨਹੀਂ ਹੋਈ ਹੈਲਥ ਕੇਅਰ ਦੇ ਵਿੱਚ। ਇਸੇ ਤਰ੍ਹਾਂ ਰੈਡੀਅਰ ਆ, ਬੈੱਡ ਕਪੈਸਿਟੀ ਜਿਹੜੀ ਅੰਡਰ ਆ, ਫਿਰ ਸਟਾਫ ਜਿਹੜਾ ਉੱਥੇ ਹੈ ਨਹੀਂ ਗਾ ਜੀ। ਅਤੇ ਬਿਲਕੁਲ ਕ੍ਰਾਈਸਿਸ ਦੇ ਵਿੱਚ ਨੇ। ਮੈਂ ਬਹੁਤ ਵਾਰੀ ਸ਼ੇਅਰ ਕਰ ਚੁੱਕਾ ਕਿ ਰੋ ਕੇ ਕਈ ਵਾਰੀ ਆਪਣਾ ਹਾਲ ਦੱਸਦੇ ਨੇ। ਬਹੁਤ ਸਾਰੇ ਪ੍ਰੈਕਟੀਸ਼ਨਰ ਜਿਹੜੇ ਨੇ, ਡਾਕਟਰ ਜਿਹੜੇ ਨੇ, ਉਹ ਇੱਥੋਂ ਛੱਡ ਕੇ ਵੀ ਬਾਹਰ ਚਲੇ ਗਏ ਨੇ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੂੰ ਟਰੀਟ ਕੀਤਾ ਗਿਆ ਜੀ, ਹਿਊਮਿਲੀਏਟ ਕੀਤਾ ਗਿਆ, ਟਰੀਟ ਕੀਤਾ ਜਾਣਾ ਵੀ ਕਹਿਣਾ ਵੀ ਗਲਤ ਸ਼ਬਦ ਹੈ। ਅਤੇ ਉਹਨਾਂ ਨੂੰ ਲੱਗਾ ਕਿ ਇੱਥੇ ਕੋਈ ਜਿਹੜੀ ਆ ਉਹ ਸਤਿਕਾਰਯੋਗ ਸਾਡੀ ਜਿਹੜੀ ਜ਼ਿੰਦਗੀ, ਡਿਗਨੀਫਾਈਡ ਲਾਈਫ ਜਿਹੜੀ ਐਕਸਪੈਕਟ ਨਹੀਂ ਕੀਤੀ ਜਾ ਸਕਦੀ ਜੀ। ਸੋ ਬਹੁਤ ਕ੍ਰਾਈਸਿਸ ਜਾ ਰਿਹਾ। ਡਾਕਟਰਾਂ ਦਾ ਜਿਹੜਾ ਲੈਟਰ ਆ ਉਹ ਇਸ ਗੱਲ ਦੀ ਇੱਕ ਜਿਹੜੀ ਬਹੁਤ ਆਬਵੀਅਸ ਐਗਜ਼ਾਮਪਲ ਹੈ ਕਿ ਕਿੱਥੇ ਫਸੇ ਹੋਏ ਆ। ਅਤੇ ਜਿਹੜੀ ਸਰਕਾਰ ਇਸ ਵੇਲੇ ਦੀ ਆ ਉਹ ਸੋਲੂਸ਼ਨ ਇਹ ਕੱਢ ਰਹੀ ਆ ਕਿ ਹੋਰ ਵੀ ਫਿਕਰਮੰਦੀ ਵਾਲਾ ਗੱਲ ਹੈ ਕਿ ਹਸਪੀਟਲ ਹੁਣ ਵੇਚ ਹੀ ਦਈਏ, ਇਹਦਾ ਕੰਮ ਨਿਬੇੜੀਏ। ਅਤੇ ਜਿਹੜਾ ਪ੍ਰਾਈਵੇਟ ਸੈਕਟਰ ਹੈ, ਜਿਵੇਂ ਤੁਸੀਂ ਉਹ ਟੈਕਸ ਵਾਲੀ ਗੱਲ ਕੀਤੀ ਹੈ, ਇਹ ਉਹ ਕੰਪਨੀਆਂ ਨੇ ਜੇ ਇਹਨਾਂ ਦੇ ਵਿੱਚ, ਕਿਉਂਕਿ ਜਿਹੜਾ ਕਾਰਪੋਰੇਟ ਟੈਕਸ ਹੁੰਦਾ ਨਾ ਜੀ, ਉਹ ਨੈਟ ਪ੍ਰੋਫਿਟ ਤੇ ਲੱਗਦਾ, ਤੁਸੀਂ ਜਾਣਦੇ ਹੋ ਜੀ। ਤੇ ਨੈਟ ਪ੍ਰੋਫਿਟ ਦੇ ਵਿੱਚ 1% ਨੂੰ ਇੱਧਰ ਉੱਧਰ ਕਰੋ ਤਾਂ ਕਈ ਵਾਰੀ ਉਹਨਾਂ ਨੂੰ ਬਿਲੀਅਨ ਡਾਲਰ ਦਾ ਫਰਕ ਪੈਂਦਾ। ਬਿਲਕੁਲ। ਤਾਂ ਉਹਨਾਂ ਕਾਰਪੋਰੇਸ਼ਨਾਂ ਨੂੰ ਪੈਸੇ ਦੇ ਕੇ ਉਹਨਾਂ ਨੂੰ ਹੁਣ ਹਸਪੀਟਲ ਵੀ ਸੰਭਾਲਣਾ ਚਾਹੁੰਦੇ ਨੇ, ਤਾਂ ਕਿ ਇਹ ਵੀ ਕਹਿ ਰਹੇ ਨੇ ਕਿ ਜੇ ਡਾਕਟਰਾਂ ਦੀ ਘਾਟ ਆ ਤਾਂ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਜਦੋਂ ਪੈਸੇ ਪੇ ਕਰਨਗੇ ਹਸਪੀਟਲ ਜਾਣਗੇ ਹੀ ਘੱਟ। ਉਹਨਾਂ ਨੂੰ ਬੰਦੇ ਦੀ ਜਾਨ ਦਾ ਫਿਕਰ ਘੱਟ ਹੈ ਅਤੇ ਉਹਨਾਂ ਨੂੰ ਇਹ ਫਿਕਰ ਆ ਜਾਂ ਵੱਧ ਵੀ ਇਹ ਜਿਹੜਾ ਸਾਰਾ ਸਿਸਟਮ ਹੈ ਇਹ ਡਿਸਮੈਂਟਲ ਕਿਵੇਂ ਕਰਨਾ। ਅਤੇ ਬਹੁਤ ਖਤਰਨਾਕ ਮੋੜ ਦੇ ਉੱਤੇ ਆ। ਇਸੇ ਕਰਕੇ ਬਹੁਤ ਸਾਰੇ ਜਿਹੜੇ ਦੋਸਤ ਨੇ ਇੱਥੋਂ, ਜਿਹੜੇ ਮਿੱਤਰ ਯੂਸੀਪੀ ਦੇ ਪਲੇਟਫਾਰਮ ਤੋਂ ਇਲੈਕਸ਼ਨ ਲੜ ਰਹੇ ਨੇ, ਬਹੁਤ ਕੁਝ ਕਹਿੰਦੇ ਨੇ, ਇੱਦਾਂ ਪ੍ਰੋਜੈਕਟ ਕਰਦੇ ਨੇ, ਆ ਕੇ ਸੀਟਾਂ 'ਤੇ ਬਹਿ ਜਾਂਦੇ ਨੇ ਵੀ ਸ਼ੋਅ ਐਂ ਕਰਦੇ ਨੇ ਵੀ ਜਿਵੇਂ ਪਿਛਲੇ 4 ਸਾਲ 'ਚ ਜਾਂ ਉਸ ਤੋਂ ਪਹਿਲਾਂ ਸਰਕਾਰਾਂ ਕਿਸੇ ਹੋਰ ਦੀਆਂ ਰਹੀਆਂ ਹੋਣ, ਵੀ ਹੁਣ ਸਾਨੂੰ ਜਿਤਾ ਦਿਓ ਅਤੇ ਹੁਣ ਅਸੀਂ ਹੈਲਥ ਕੇਅਰ 'ਚ ਆਹ ਕਰ ਦਿਆਂਗੇ, ਐਜੂਕੇਸ਼ਨ 'ਚ ਆਹ ਕਰ ਦਿਆਂਗੇ। ਆਪਣਾ ਪਲੇਟਫਾਰਮ ਅਤੇ ਆਪਣਾ 4 ਸਾਲ ਦਾ ਰੈਕਡ ਨਹੀਂ ਬੋਲਦੇ ਹੈਗੇ ਉਹ। ਅਤੇ ਜਿਹੜੇ ਯੂਸੀਪੀ ਦੇ ਟਾਕਿੰਗ ਪੁਆਇੰਟ ਹੈ, ਯੂਸੀਪੀ ਦਾ ਐਨਡੀਪੀ ਦਾ ਪਲੇਟਫਾਰਮ ਆ, ਉਹਦੇ 'ਤੇ ਆ ਕੇ ਕੰਪੇਨ ਕਰਦੇ ਆ, ਜਿਹੜਾ ਵੈਰੀ ਮੱਚ ਮਿਸਲੀਡਿੰਗ ਆ, ਅਨਫੋਰਚੂਨੇਟ ਆ। ਮੈਂ ਸਮਝਦਾ ਕਿ ਜਿਹੜੇ ਲੋਕ ਆ ਉਹਨਾਂ ਨੂੰ ਬਹੁਤ ਕੇਅਰਫੁਲ ਹੋਣਾ ਚਾਹੀਦਾ ਅਤੇ ਉਹਨਾਂ ਨੂੰ ਲੋਕਾਂ ਦੇ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ। ਜਿਹੜੇ ਐਵੀਡੈਂਸ ਆ ਕਿ ਹੈਲਥ ਕੇਅਰ ਟੁੱਟਣ 'ਤੇ ਆ ਗਿਆ ਅਤੇ ਇਲੈਕਸ਼ਨ ਦੇ ਦੌਰਾਨ ਤੁਹਾਡਾ ਡਿਪਟੀ ਪ੍ਰੀਮੀਅਰ ਕਹਿ ਰਿਹਾ ਕਿ ਲੋਕਾਂ ਤੋਂ ਪੈਸੇ ਲੈਣੇ ਸ਼ੁਰੂ ਕਰ ਦਿਓ ਉੱਥੇ ਜਾਣੇ ਜਿਹੜੇ ਹਸਪਤਾਲਾਂ 'ਚ ਐਮਰਜੈਂਸੀ ਰੂਮ ਜਾਂ ਐਮਰਜੈਂਸੀ ਤੋਂ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਬੰਦਾ ਜਾਂਦਾ ਅਤੇ ਕ੍ਰਾਈਸਿਸ ਦਾ ਜਿਹੜਾ ਸੋਲੂਸ਼ਨ ਜਿਹੜਾ ਨਿਕਲੇ ਹੋਊਗਾ। ਅਤੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਜੀ, ਪਿੱਛੇ ਜੇ ਨਾ ਲੀਡਰਸ਼ਿਪ ਆਪਣੀ ਡਿਬੇਟ ਹੋਈ ਸੀ ਬਿਟਵੀਨ ਦੀ ਯੂਸੀਪੀ ਲੀਡਰ ਅਤੇ ਐਨਡੀਪੀ ਲੀਡਰ। ਪਹਿਲੀ ਗੱਲ ਤਾਂ ਇਹ ਇੰਟਰਸਟਿੰਗ ਬੜੀ ਵਧੀਆ ਮੈਨੂੰ ਲੱਗੀ ਵੀ ਪਹਿਲੀ ਵਾਰੀ ਹੋਇਆ ਮੈਨੂੰ ਲੱਗਦਾ ਅਲਬਰਟਾ ਦੇ ਇਤਿਹਾਸ ਦੇ ਵਿੱਚ ਕਿ ਦੋਨੋਂ ਪਾਰਟੀਆਂ ਦੇ ਲੀਡਰ ਜਿਹੜੇ ਵਿਮਨ ਨੇ, ਵਿਚ ਇਜ਼ ਇੰਟਰਸਟਿੰਗ ਫੈਕਟ। ਤੁਹਾਨੂੰ ਕੀ ਲੱਗਦਾ ਵੀ ਐਨਡੀਪੀ ਦੇ ਲੀਡਰ ਰਿਚਰਡ ਨੋਟਲੀ ਕਿਵੇਂ ਬੈਟਰ ਸੀਗੇ ਇਨ ਕੰਪੈਰੀਜ਼ਨ ਟੂ ਯੂਸੀਪੀ ਲੀਡਰ? ਦੋ ਗੱਲਾਂ ਤਾਂ ਮੈਂ ਕਹਿਣਾ ਚਾਹੁੰਦਾ ਕਿ ਉਹ ਵੀ ਹੈ ਵੀ 2 ਵਿਮਨਸ ਨੇ ਜਿਹੜੀਆਂ ਲੀਡਰਸ ਨੇ। ਚਲੋ ਬਹੁਤ ਵੱਡੀ ਗੱਲ ਹੈ ਕਿਉਂਕਿ ਵਿਮਨਸ ਐਮਪਾਵਰਮੈਂਟ ਜੀ ਅਤੇ ਵਿਮਨਸ ਦੀ ਜਿਹੜੀ ਪੋਲੀਟਿਕਸ ਪਾਰਟੀਸਪੇਸ਼ਨ ਹੈ ਬਹੁਤ ਔਖੀ ਹੈ, ਬਹੁਤ ਘੱਟ ਹੈ ਜੀ। ਉਹਦੀ ਰਿਕਰੂਟਮੈਂਟ ਬੜੀ ਔਖੀ ਹੈ ਕਿਉਂਕਿ ਹਾਲਾਤ ਇੱਦਾਂ ਦੇ ਨਹੀਂ। ਪਰ ਉਹਦੇ ਬਾਵਜੂਦ ਮੈਂ ਤੁਹਾਨੂੰ ਇਹ ਬਹੁਤ ਖੁਸ਼ੀ ਨਾਲ ਕਹਿ ਰਿਹਾ ਕਿ ਜਿਹੜੇ ਸਾਡੇ ਐਨਡੀਪੀ ਦੇ ਕੈਂਡੀਡੇਟ ਹੈ ਉਹਨਾਂ ਵਿੱਚ ਵਿਮਨਸ ਦੀ ਜਿਹੜੀ ਰੇਸ਼ੋ ਆ ਉਹ ਮਰਦ ਜਿਹੜੇ ਕੈਂਡੀਡੇਟ ਉਹਨਾਂ ਨਾਲੋਂ ਵੱਧ ਹੈ। ਉਹ 50% ਤੋਂ ਜ਼ਿਆਦਾ ਨੇ ਸਾਡੇ ਜਿਹੜੇ ਵਿਮਨਸ ਕੈਂਡੀਡੇਟ ਨੇ। ਅਤੇ ਇੱਦਾਂ ਹੀ ਸਾਡੀ ਮਿਨਿਸਟਰੀ 'ਚ ਵੀ ਮਿਨੀਮਮ 50% ਰਹੇ ਨੇ, 50% ਤੋਂ ਵੱਧ ਹੀ ਹੁੰਦੇ ਨੇ। ਜਿੱਥੋਂ ਤੱਕ ਡੈਨੀਅਲ ਸਮਿਥ ਵਰਸਸ ਰੇਚਲ ਨੋਟਲੀ ਹੈ,
ਡੈਨੀਅਲ ਸਮਿਥ ਕੋਲ ਆਪਣਾ ਕੋਈ ਪਲੇਟਫਾਰਮ ਹੈ ਨਹੀਂ ਸੀ, ਸਿਰਫ ਮਿਸਗਾਈਡਡ ਮਿਸਲੀਡਿੰਗ ਇਨਫੋਰਮੇਸ਼ਨ ਤੋਂ ਬਿਨਾਂ, ਡਿਨਾਈ ਕਰਨ ਤੋਂ ਬਿਨਾਂ, ਜਾਂ ਇਹ ਕਹਿਣ ਤੋਂ ਬਿਨਾਂ ਕਿ ਤੁਸੀਂ ਮੇਰੀਆਂ ਗੱਲਾਂ ਤੇ ਨਾ ਜਾਓ, ਮੇਰੇ ਕੰਮਾਂ ਤੇ ਜਾਓ, ਮੇਰੇ ਕੰਮਾਂ ਨੂੰ ਨਾ ਦੇਖੋ, ਮੇਰੇ ਗੱਲਾਂ ਨੂੰ ਦੇਖੋ। ਦੋਨਾਂ ਦੀ ਜਿਹੜੀ ਕੰਟਰਡਿਕਸ਼ਨ ਸੀ ਉਹ ਆਪਣੀਆਂ ਕਈਆਂ ਹੋਈਆਂ ਗੱਲਾਂ ਤੋਂ ਬੈਕ ਟਰੈਕ ਕਰਦੇ ਲਗਾਤਾਰ ਨਜ਼ਰ ਆਏ। ਤੇ ਜਿਹੜੇ ਰੇਚਲ ਨੋਟਲੀ ਨੇ ਉਹਨਾਂ ਕੋਲ ਆਪਣਾ ਇੱਕ ਕ੍ਰੈਡੀਬਲ ਜਿਹੜਾ ਪਿਛਲਾ ਪਾਸਟ ਵੀ ਹੈ, ਨਾਲ ਦੀ ਨਾਲ ਉਹਨਾਂ ਕੋਲ ਇੱਕ ਪਲੇਟਫਾਰਮ ਹੈ ਕਿ ਜਿਹੜੀ ਇੱਥੇ ਦੇ ਲੋਕ ਹੈ ਇਸ ਵੇਲੇ ਜਿਹੜੀਆਂ ਉਹਨਾਂ ਦੇ ਇਸ਼ੂ ਆ, ਜਿਹੜਾ ਅਫੋਰਡੇਬਿਲਟੀ ਦਾ ਕ੍ਰਾਈਸਿਸ ਹੈ, ਹੈਲਥ ਕੇਅਰ ਜਿਹੜਾ ਟੁੱਟਣ ਤੇ ਖੜਾ ਹੈ, ਡਾਕਟਰਾਂ ਨੇ ਹੁਣ ਚਿੱਠੀ ਲਿਖੀ ਹੈ, ਜਾਂ ਜਿਹੜੇ ਸਕੂਲ ਆ ਉਹ ਬਣਾਏ ਨਹੀਂ ਗਏ UCP ਦੇ ਅੰਦਰ। ਦੱਸਣ ਐਡਮਿੰਟਨ ਮੈਡੋਜ਼ ਜਾਂ ਅਲਰਸਲੀ ਦੇ ਵਿੱਚ ਜਾਂ ਮਿਲਵੁੱਡ 'ਚ ਕਿੰਨੇ ਸਕੂਲ ਬਣਾਏ ਨੇ, ਤੇ ਟੀਚਰ ਜਿਹੜੇ ਹਾਇਰ ਹੀ ਨਹੀਂ ਕੀਤੇ ਗਏ, ਜਾਂ ਜਿਹੜਾ ਐਜੂਕੇਸ਼ਨ ਸਕੂਲ ਸਟਾਫ ਹੈ ਉਹ ਤੁਸੀਂ ਆਪਣੇ ਇੱਕ ਟਵੀਟ ਦੇ ਨਾਲ ਫਾਇਰ ਕਰਤੇ, ਲੋਕ ਦੁਬਾਰਾ ਹਾਇਰ ਨਹੀਂ ਕੀਤੇ। ਤੇ ਸਾਡੇ ਕੋਲ ਇੱਕ ਜਿਹੜਾ ਪਲੇਟਫਾਰਮ ਹੈ ਕਿ ਲੋਕਾਂ ਦੀ ਜ਼ਿੰਦਗੀ ਨੂੰ, ਇਸ ਸਮਾਜ ਨੂੰ ਬਿਹਤਰ ਕਿਵੇਂ ਬਣਾਇਆ ਜਾ ਸਕਦਾ, ਜਿਹੜੀ ਇਕੋਨਮੀ ਆ ਉਹ ਕਿਵੇਂ ਆਇਲ ਸੈਕਟਰ ਦੇ ਅੰਦਰ ਵੀ ਤੇ ਉਹਦੇ ਤੋਂ ਬਾਹਰ ਵੀ ਡਿਵਰਸੀਫਾਈ ਹੋ ਸਕਦੀ, ਕਿੰਨਾ ਕੁਝ ਖੁੱਲ੍ਹਾ। ਅਸੀਂ ਆਪਣੀ ਕ੍ਰੈਡੀਬਿਲਿਟੀ ਦਾ ਜਿਹੜਾ ਆਪਣਾ ਟਰੈਕ ਰੈਕਡ ਹੈ ਉਹਦੇ ਤੇ ਬੇਸਡ ਵੀ, ਤੇ ਅਸੀਂ ਜਿਹੜਾ ਸਾਡਾ ਫਿਊਚਰ ਦਾ ਪਲਾਨ ਵੀ ਹੈ ਉਹਦੇ ਬੇਸਡ ਵੀ ਲੋਕਾਂ ਦੇ ਨਾਲ ਸਿੱਧੀ ਗੱਲਬਾਤ ਕਰਦੇ ਹਾਂ। ਇਹ ਜਿਹੜਾ ਕੰਟਰਾਸਟ ਸੀ ਉਹਦੇ ਵਿੱਚ ਮੈਨੂੰ ਵੱਡਾ ਅੰਤਰ ਆਇਆ ਜਿਹੜਾ ਸਾਹਮਣੇ ਉਸ ਵੇਲੇ ਦੱਸਿਆ, ਉਹ ਇਹ ਸੀ ਰੇਚਲ ਤੇ ਡੈਨੀਅਲ ਸਮਿਥ ਦੀ ਡਿਬੇਟ ਦੇ ਵਿੱਚ ਕਿ ਸਾਡੇ ਕੋਲ ਆਪਣਾ ਪਲੇਟਫਾਰਮ ਸੀ, ਉਹਨਾਂ ਕੋਲ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਿਨਾਂ ਕੁਝ ਹੈ ਨਹੀਂ ਸੀ। ਦਿਓ ਸਾਹਿਬ, ਇੱਕ ਸਵਾਲ ਹੋਰ ਮੈਂ ਲਗਾਤਾਰ ਵੱਖ-ਵੱਖ ਪਲੇਟਫਾਰਮਸ ਤੇ ਆਈ ਬਲੀਵ ਤੁਹਾਡੇ ਨਾਲ ਜਾਂ ਰਿਚਰਡ ਨੋਟਲੀ ਦੇ ਨਾਲ ਵੀ ਜਦੋਂ ਰਾਊਂਡ ਟੇਬਲ ਮੀਟਿੰਗਸ ਹੁੰਦੀਆਂ ਮੈਂ ਪੁੱਛਦਾ ਰਹਿਣਾ ਕਿ ਜਿਹੜੇ ਫੋਰਨ ਕ੍ਰੀਡੈਂਸ਼ੀਅਲ ਅਸੈਸਮੈਂਟ ਆ ਇਹਦੇ ਵਾਸਤੇ ਕੋਈ ਪਲੇਟਫਾਰਮ 'ਚ ਜਗ੍ਹਾ ਰੱਖੀ ਜੀ? ਬਹੁਤ ਵੱਡੀ ਰੱਖੀ ਹੈ ਜੀ। ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ UCP ਦੇ 4 ਸਾਲ ਦੇ ਸਮੇਂ 'ਚ ਇੱਕ ਤਾਂ ਘੱਟ ਬਹੁਤ ਲੱਗੇ ਉਹ ਜਿੰਨੇ ਕਿ ਵੀ ਪ੍ਰੋਗਰਾਮ ਸੀ ਜੀ। ਇੱਕ ਤੁਸੀਂ ਐਂ ਕਹਿ ਸਕਦੇ ਸਿੰਬੋਲਿਕ ਤੌਰ ਦੇ ਉੱਤੇ ਜਦੋਂ ਬਹੁਤ ਵੱਡਾ ਇਸ਼ੂ ਬਣਿਆ ਕ੍ਰਾਈਸਿਸ ਦਾ, ਉਹਨੂੰ ਲੈ ਕੇ ਵੀ ਆਏ UCP ਵਾਲੇ, ਕਿਉਂਕਿ ਬਹੁਤੀ ਵਾਰੀ ਜਿਵੇਂ ਅਸੀਂ ਪੇਸ਼ ਕਰਦੇ ਹਾਂ ਪ੍ਰਾਈਵੇਟ ਮੈਂਬਰ ਬਿੱਲ ਜਾਂ ਮੋਸ਼ਨ ਪੇਸ਼ ਕਰਦੇ ਹਾਂ ਤੇ ਉਹ ਡਿਫੀਟ ਕਰ ਦਿੰਦੇ ਨੇ, ਕਿਉਂਕਿ ਉਹਦੇ ਨਾਲ ਉਹਨਾਂ ਨੂੰ ਕ੍ਰੈਡੀਬਿਲਿਟੀ ਦਾ ਖਤਰਾ ਹੁੰਦਾ ਜੀ। ਫਿਰ ਉਹ ਆਪ ਪੇਸ਼ ਕਰਦੇ ਨੇ ਵੀ ਚਲੋ ਇਹਦੇ ਨਾਲ ਗ੍ਰੈਂਡ ਸਟੈਂਡਿੰਗ ਹੁੰਦੀ ਆ, ਕ੍ਰੈਡੀਬਿਲਿਟੀ ਬਣਦੀ, ਪਰ ਉਹਦੇ 'ਚ ਇੰਨੇ ਫਲਾ ਲੈ ਕੇ ਆਉਂਦੇ ਨੇ ਕਿ ਉਹਦੇ ਨਾਲ ਕੁਝ ਵੀ ਇੰਪਲੀਮੈਂਟ ਕਰ ਵੀ ਦਿਓ ਉਹਨਾਂ ਨੂੰ ਕੋਈ ਇਫੈਕਟ ਹੋਣ ਵਾਲਾ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਬਿੱਲ ਲਿਆਂਦਾ ਸੀ ਉਹਦੇ ਵਿੱਚ ਪ੍ਰੋਪਰਲੀ ਕੋਈ ਜਿਹੜੀ ਗਾਈਡਲਾਈਨ ਹੀ ਨਹੀਂ ਸੀ ਵੀ ਇਹਦੀ ਐਕਸਪਾਇਰੀ ਕੀ ਹੋਊਗੀ, ਇਹਦੀ ਟਾਈਮਲਾਈਨ ਕੀ ਹੋਊਗੀ, ਇਹਦੀ ਟਰਾਂਸਪੇਰੈਂਸੀ, ਇੰਪਲੀਮੈਂਟੇਸ਼ਨਸ ਜਿਹੜੀਆਂ, ਉਹਦੀ ਅਕਾਊਂਟੇਬਿਲਿਟੀ ਕਿਵੇਂ ਆ, ਉਹ ਪੂਰੇ ਫਲਾਹ ਸੀ। ਉਹਦੇ ਬਾਵਜੂਦ ਸੁਝਾਅ ਦੇਣ ਦੇ ਉਹਨਾਂ ਨੇ ਨਹੀਂ ਕੀਤੇ ਗਏ। ਉਹ ਸਾਰੇ ਜਿਹੜੇ ਆ 39 ਜਿਹੜਾ ਮਿਲੀਅਨ ਡਾਲਰ ਉਹਦੇ ਲਈ ਰੱਖਿਆ ਗਿਆ NDP ਦੇ ਪਲੇਟਫਾਰਮ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਐਡਰੈਸ ਹੋਣਗੀਆਂ। ਜਿਹੜੀ ਸਕਿੱਲਸ ਸ਼ਾਰਟੇਜ ਆ, ਜਾਂ ਜਿਹੜੀ ਸਕਿੱਲਸ ਟ੍ਰੇਨਿੰਗ ਆ, ਜਾਂ ਜਿਹੜੇ ਬ੍ਰਿਜਿੰਗ ਪ੍ਰੋਗਰਾਮ ਆ, ਬਿਲਕੁਲ ਜਿਵੇਂ ਜਿੱਥੇ ਕੈਨੇਡੀਅਨ ਐਕਸਪੀਰੀਅੰਸ ਦੀ ਮੰਗ ਕੀਤੀ ਜਾਂਦੀ ਆ, ਉਹਨੂੰ ਕਿਵੇਂ ਜਿਹੜਾ ਐਲੀਮੀਨੇਟ ਕੀਤਾ ਜਾ ਸਕਦਾ, ਉਹਦੇ ਲਈ ਫੰਡ ਰੱਖੇ ਗਏ ਨੇ। ਤੇ ਨਾਲ ਜਿਹੜਾ ਰੇਸਿਜ਼ਮ ਦਾ ਇਸ਼ੂ ਆ, ਜਿਵੇਂ ਨਵੇਂ ਆਏ ਵਿਅਕਤੀਆਂ ਲਈ ਬੜੇ ਚੈਲੰਜਿੰਗ ਐਕਸਪੀਰੀਅੰਸ ਹੁੰਦੇ ਆ, ਉਹਦੇ ਲਈ ਜਿਹੜੇ ਫੰਡ ਰੱਖੇ ਗਏ ਨੇ 39 ਮਿਲੀਅਨ ਡਾਲਰ ਦੀ ਫੰਡਿੰਗ ਆ ਸਾਡੇ ਪ੍ਰੋਗਰਾਮ ਦੇ ਵਿੱਚ। ਤੇ ਨਾਲ ਦੀ ਨਾਲ ਇਹ ਵੀ ਹੈ ਕਿ ਪਹਿਲੇ 6 ਮਹੀਨੇ ਦੇ ਵਿੱਚ ਉਹਦੇ ਤੇ ਕਾਨੂੰਨ ਬਣਨਾ, ਜਦੋਂ ਆਉਣਾ ਪਹਿਲੇ 6 ਮਹੀਨਿਆਂ ਦੇ ਵਿੱਚ ਉਹਦੇ ਤੇ ਕਾਨੂੰਨ ਬਣਾ ਜਾਊ ਜੀ। ਤੇ ਅਗਰ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤੇ UCP ਲੀਡਰ ਡੈਨੀਅਲ ਸਮਿਥ ਉਹ ਅਕਸਰ ਵਿਵਾਦਾਂ ਦੇ ਵਿੱਚ ਘਿਰੇ ਨਜ਼ਰ ਆਉਂਦੇ ਨੇ, ਔਰ ਅਗਰ ਉਹਨਾਂ ਦੀ ਗੱਲ ਕਰੀਏ ਖਾਸ ਕਰਕੇ ਐਥਿਕ ਕਮਿਸ਼ਨਰ ਦੀ ਰਿਪੋਰਟ ਆਈ ਸੀ ਕਿ ਉਹਨਾਂ ਨੇ ਜਿਹੜਾ ਜਸਟਿਸ ਸਿਸਟਮ ਆ ਉਹਦੇ ਵਿੱਚ ਇੰਟਰਫੇਰੈਂਸ ਕੀਤਾ। ਔਰ ਕੱਲ੍ਹ ਜਿਹੜਾ ਆਰਥਰ ਪਲਵਾਸਕੀ ਆ ਉਹਨੇ ਅਲਬਰਟਾ ਲੈਜਿਸਲੇਚਰ ਦੇ ਬਾਹਰ ਕੋਈ ਪ੍ਰੋਟੈਸਟ ਵੀ ਕੀਤਾ ਸੀਗਾ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੌਨਫਲਿਕਟ ਆਫ ਇੰਟਰਸਟ ਐਕਟ ਦੇ ਅਗੇਂਸਟ ਜਾ ਕੇ ਗੱਲਬਾਤ ਕਰਨੀ, ਕੀ ਲੱਗਦਾ ਵੀ ਇਹ ਉਹਨਾਂ ਦੀ ਛਵੀ ਨੂੰ ਜਾਂ ਪੋਲੀਟਿਕਸ ਨੂੰ ਕਿੱਧਰ ਲੈ ਕੇ ਜਾ ਰਿਹਾ ਜੀ? ਮੈਂ ਜੀ ਇਹ ਇੱਕ ਘਟਨਾ ਦੇ ਨਾਲ ਗੱਲਬਾਤ ਤੁਹਾਨੂੰ ਆਪਣਾ ਆਨਸਰ ਦਿੰਦਾ ਕਿ ਜਦੋਂ ਉਹ ਜਿਹੜਾ ਕੂਟਸ ਬਾਰਡਰ ਬਲੌਕ ਕੀਤਾ ਗਿਆ ਜੀ, ਉਹਦੇ ਵਿੱਚ ਕੋਈ 500 ਤੋਂ ਉੱਪਰ ਜਿਹੜੇ ਉਹ ਟਰੱਕ ਜਾਂ ਡਰਾਈਵਰ ਸਾਰੇ ਉਸ ਵੇਲੇ ਦੂਸਰੇ ਪਾਸੇ ਰੋਕੇ ਗਏ ਸੀਗੇ, ਉਹਨਾਂ ਨੂੰ ਰੋਕ ਦਿੱਤਾ ਗਿਆ ਸੀ, ਬਲੌਕ ਕਰ ਦਿੱਤਾ ਗਿਆ ਸੀ ਜੀ। ਉਹਨਾਂ ਵਿੱਚ ਬਹੁਤ ਸਾਰੇ ਆਪਣੇ ਭਾਈਚਾਰੇ ਦੇ ਵੀ ਸੀ, ਉਹਨਾਂ 'ਚੋਂ ਬਹੁਤ ਸਾਰੇ ਅਲਬਰਟਾ ਦੇ ਰਹਿਣ ਵਾਲੇ ਲੋਕ ਸਨ ਜਿਨ੍ਹਾਂ ਦਾ ਇੱਕ ਰੂਟੀਨ ਹੁੰਦਾ ਕਿ ਉਹ ਕੰਮ ਤੇ ਜਾਂਦੇ ਨੇ, 2 ਦਿਨ ਦਾ ਟ੍ਰਿਪ ਹੁੰਦਾ ਜਾਂ ਹਫ਼ਤੇ ਦਾ ਹੁੰਦਾ, ਤੇ ਉਹ ਵਾਪਸ ਆਉਂਦੇ ਨੇ। ਕਿਸੇ ਨੇ ਦਵਾਈ ਵੀ ਦੁਬਾਰਾ ਲੈਣੀ ਹੁੰਦੀ, ਕਿਸੇ ਨੇ ਡਾਕਟਰ ਦੇ ਜਾਣਾ ਹੁੰਦਾ, ਕਿਸੇ ਨੇ ਪਰਿਵਾਰ ਦੇ ਹੋਰ ਕੰਮ ਕਰਨੇ ਹੁੰਦੇ ਨੇ। ਉਹਨਾਂ ਨੂੰ ਉੱਥੇ ਰੋਕ ਦਿੱਤਾ ਗਿਆ, ਉਹਨਾਂ ਨੂੰ ਜਾਣਦਿਆਂ ਹੋਇਆ ਵੀ ਕਿ ਉਹ ਅਲਬਰਟਾ ਦੇ ਲੋਕਾਂ ਨੂੰ ਲੰਘਣ ਨਹੀਂ ਦਿੱਤਾ ਗਿਆ। ਕੋਈ ਵੀ ਜਿਹੜਾ UCP ਦਾ MLA, ਕੋਈ ਵੀ UCP ਦਾ ਮਿਨਿਸਟਰ ਜਿਹੜਾ ਉਹਨਾਂ ਦੀ ਬਾਂਹ ਫੜਨ ਲਈ ਅੱਗੇ ਨਹੀਂ ਆਇਆ। ਮੈਂ ਕੋਸ਼ਿਸ਼ ਕੀਤੀ ਆਪਣੇ ਭਾਈਚਾਰੇ ਨਾਲ ਮਿਲ ਕੇ ਉਹਨਾਂ ਦੀ ਆਵਾਜ਼ ਵੀ ਬੁਲੰਦ ਕੀਤੀ ਜੀ। ਸੋਸ਼ਲ ਮੀਡੀਆ ਤੇ ਵੀ ਤੁਸੀਂ ਅੰਦਾਜ਼ਾ ਲਾਓ ਮਿਲੀਅਨ ਲੋਕਾਂ ਨੇ ਉਹਨੂੰ ਦੇਖਿਆ ਤੇ ਉਹਦੇ ਤੇ ਸਪੋਰਟ ਤੇ ਕਮੈਂਟ ਕੀਤੇ, ਪ੍ਰੈਸ ਕਾਨਫਰੰਸਿਸ ਵੀ ਕੀਤੀ, ਪੂਰਾ ਜ਼ੋਰ ਲਾ ਕੇ
ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਤੇ ਜਿਹੜਾ ਉਹ ਘਰ ਇੱਥੇ ਪਹੁੰਚਾਉਣ ਦੀ ਹੈਲਪ ਕੀਤੀ, ਜੀ ਕੋਸ਼ਿਸ਼ ਕੀਤੀ। ਪਰ ਜਿਹੜਾ UCP ਦੇ ਮਿਨਿਸਟਰ ਪੰਜਾਬੀ ਭਾਈਚਾਰੇ ਨੂੰ ਬਿਲੋਂਗ ਕਰਦੇ ਸੀ, ਉਹਨਾਂ ਨੇ ਇਹਦੇ 'ਚ ਇਹ ਦੇਖਣ ਦੀ ਬਜਾਏ ਵੀ ਘਾਟ ਕਿੱਥੇ ਰਹਿ ਗਈ ਹੈ ਜਾਂ ਇਹ ਹੈਲਪ ਕਿੱਥੇ ਕਰਨੀ ਆ, ਨਮੋਸ਼ੀ ਸਮਝਦਿਆਂ ਹੋਇਆਂ 5-4 ਭਾਈਚਾਰੇ ਦੇ ਕੋਈ ਟਰੱਕਰ ਇਕੱਠੇ ਕਰਕੇ ਕੈਲਗਰੀ ਤੋਂ ਫੋਟੋ ਪਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਟਰੱਕਰ ਮੇਰੇ ਨਾਲ ਨੇ। ਉਹ ਕਿਹੜੇ ਹਾਲਤਾਂ 'ਚ ਉਸ ਵੇਲੇ ਫਸੇ ਹੋਏ ਨੇ ਇਹ ਸਮਝਣ ਦੀ ਬਜਾਏ ਇਹ ਕੋਸ਼ਿਸ਼ ਕੀਤੀ ਗਈ, ਦੇਖੋ ਜੀ ਵੀ ਮੈਂ ਬੜੀ ਪਾਪੂਲਰ ਹੈ ਟਰੱਕਰ ਦੇ ਵਿੱਚ। ਇਹ ਅੱਤ ਦੀ ਨਿੰਦਣਯੋਗ ਕਾਰਵਾਈ ਜੋ ਕੁਝ ਉੱਥੇ ਹੋਇਆ ਉਹਨੇ ਸਾਡੀ ਇਕਨੋਮੀ ਤੇ ਵੀ ਅਸਰ ਪਾਇਆ। 300 ਮਿਲੀਅਨ ਤੋਂ ਉੱਪਰ ਦੀ ਜਿਹੜੀ ਇਕਨੋਮੀ ਸੀ, ਡੇਲੀ ਇਕਨੋਮੀ ਨੂੰ ਉਹ ਸਰਵ ਕਰਦਾ ਜਿਹੜਾ ਕੋਸਟ ਬਾਰਡਰ, ਉਹਦੇ ਤੇ ਵੀ ਅਸਰ ਪਾਇਆ, ਬਿਲੀਅਨਸ ਆਫ ਡਾਲਰ ਦੀ ਇਕਨੋਮੀ ਤੇ। ਨਾਲ ਦੀ ਨਾਲ ਇਦਾਂ ਦਾ ਜਿਹੜਾ ਮੌਬ ਕਲਚਰ ਉਹਨੂੰ ਹਵਾ ਦਿੱਤੀ, ਜਿਹੜੇ ਕ੍ਰਿਮੀਨਲ ਲੋਕ ਨੇ ਉੱਥੇ ਇਕੱਠੇ ਕੀਤੇ ਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ, ਜਿਹੜੇ ਪੁਲਿਸ ਵਾਲੇ ਨੇ, RCMP ਵਾਲੇ ਨੇ, ਉਹਨਾਂ ਨੂੰ ਕਿ ਇਸ ਤਰ੍ਹਾਂ ਜਿਹੜਾ ਤੁਸੀਂ ਮਾਰ ਦਿਓ ਤੇ ਸਾਰਾ ਕੁਝ ਲੋਕ ਹੋਰ ਡਰਨਗੇ ਤੇ ਹੋਰ ਜਿਹੜਾ ਇੱਥੇ ਸਟੈਬਲਿਸ਼ ਹੋ ਜਾਊਗਾ। ਤੇ ਉਹਨਾਂ ਲੋਕਾਂ ਨੂੰ ਬਚਾਉਣ ਲਈ ਇਹ ਜਿਹੜੇ ਪ੍ਰੀਮੀਅਰ ਨੇ ਡੈਨੀਅਲ ਸਮਿਥ, ਇਹ ਉਸ ਵੇਲੇ ਵੀ ਉਹਨਾਂ ਨਾਲ ਰਲੇ ਹੋਏ ਸੀ, ਉਹ ਦੱਸ ਰਹੇ ਨੇ, ਸਾਰੇ ਵਾਅਦੇ ਕਰ ਰਹੇ ਸੀ। ਔਰ ਪ੍ਰੀਮੀਅਰ ਦਾ ਆਫਿਸ ਲੈਣ ਤੋਂ ਬਾਅਦ ਇਹ ਰੈੱਡ ਹੈਂਡਡ ਉਹਦੇ ਫੜੇ ਗਏ ਨੇ ਖਾਲਾਂ ਕਰਦੇ। ਇਹ ਬਹੁਤ ਹੀ ਸ਼ਰਮਨਾਕ ਗੱਲ ਹੈ, ਬਹੁਤ ਚਿੰਤਾਜਨਕ ਗੱਲ ਹੈ ਕਿ ਕਿਸ ਤਰ੍ਹਾਂ ਦੀ ਮੈਂਟੈਲਿਟੀ ਲੈ ਕੇ ਹੈਲਥ ਕੇਅਰ ਨੂੰ ਤਬਾਹ ਕਰਨਾ ਚਾਹੁੰਦੇ ਨੇ, ਐਜੂਕੇਸ਼ਨ ਜਿਹੜੀ ਆ ਉਹਨੂੰ ਪ੍ਰਾਈਵੇਟ ਕਰਨਾ ਚਾਹੁੰਦੇ ਨੇ, ਅਫੋਰਡੇਬਿਲਟੀ ਦੇ ਉੱਤੇ ਉਹਨਾਂ ਦੀ ਕੋਈ ਪਕੜ ਨਹੀਂ ਹੈ, ਲੋਕਾਂ ਦੀ ਜ਼ਿੰਦਗੀ ਕਿਵੇਂ ਦੁੱਭਰ ਕਰਤੀ। ਔਰ ਅਖੀਰ ਦੇ ਉੱਤੇ ਜਿਹੜੇ ਕ੍ਰਿਮੀਨਲ ਲੋਕ ਨੇ ਜਿਨ੍ਹਾਂ ਨੂੰ ਕ੍ਰਿਮੀਨਲੀ ਚਾਰਜ ਕੀਤਾ ਗਿਆ ਸੀ, ਉਹ ਕਨਵੈਕਟ ਵੀ ਹੋਏ ਨੇ, ਉਹਨਾਂ ਨੂੰ ਸਪੋਰਟ ਕਰਨ ਲਈ ਬੈਕਡੋਰ ਦੇ ਥਾਣੀ ਜਿਹੜਾ ਜਸਟਿਸ ਸਿਸਟਮ ਆ ਉਹਦੇ ਵਿੱਚ ਇੰਟਰਵੈਂਸ਼ਨ ਕੀਤੀ ਜਾ ਰਹੀ ਹੈ। ਯਾਨੀ ਕਿ ਬਹੁਤ ਹੀ ਖਤਰਨਾਕ ਮੋੜ ਤੇ ਖੜੇ ਆ। ਇਸੇ ਕਰਕੇ ਜਿਹੜੇ PC ਦੇ ਪੁਰਾਣੇ ਪੋਲੀਟੀਸ਼ੀਅਨ, ਜਿਨ੍ਹਾਂ 'ਚ ਉਹਨਾਂ ਦੇ ਡਿਪਟੀ ਪ੍ਰੀਮੀਅਰ, ਜਿਨ੍ਹਾਂ 'ਚ ਉਹਨਾਂ ਦੇ ਮਿਨਿਸਟਰ, ਜਿਨ੍ਹਾਂ 'ਚ ਉਹਨਾਂ ਦੇ ਜਸਟਿਸ ਮਿਨਿਸਟਰ, ਉਹ ਖੁੱਲ੍ਹ ਕੇ ਬਾਹਰ ਸਾਹਮਣੇ ਆ ਗਿਆ ਕਿ ਇਹ ਉਹ ਪਾਰਟੀ ਨਹੀਂ ਹੈ ਜਦੋਂ ਕਦੇ ਸੋਚਦੇ ਹੁੰਦੇ ਸੀ ਵੀ ਇੱਥੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਆ। ਇਹ ਤਾਂ ਬਹੁਤ ਕੁਛ ਜਿਹੜਾ ਟੇਕ ਬੈਕ ਅਲਬਰਟਾ ਵਾਲਾ ਐਕਸਟ੍ਰੀਮਿਸਟ ਗਰੁੱਪ ਹੈ ਉਹ ਮੂਹਰੇ ਆ ਗਿਆ, ਜਿਨ੍ਹਾਂ ਨੂੰ ਸਮਾਜਿਕ ਕਦਰਾਂ ਕੀਮਤਾਂ ਦੀ ਬਿਲਕੁਲ ਨਾ ਤਾਂ ਸਮਝ ਹੈ ਨਾ ਚਿੰਤਾ ਕੋਈ ਆ। ਇਸ ਕਰਕੇ ਜਿਹੜੀ ਇਲੈਕਸ਼ਨ ਹੈ ਬਹੁਤ ਕਰੂਸ਼ਲ ਆ, ਬਹੁਤ ਕ੍ਰਿਟੀਕਲ ਟਾਈਮ ਆ। ਇਸ ਵੇਲੇ NDP ਨੂੰ ਸਪੋਰਟ ਕਰਨਾ ਜਿਹੜਾ ਬਹੁਤ ਜ਼ਰੂਰੀ ਬਣਦਾ। ਮੈਨੂੰ ਲੱਗਦਾ ਵੀ ਇਹੀ ਕਾਰਨ ਨੇ ਕਿਤੇ ਨਾ ਕਿਤੇ, ਜਿਸ ਕਰਕੇ ਨਾ ਇੱਕ ਵੋਟ ਕੰਪਾਸ ਡੇਟਾ ਜਿਹੜਾ ਵਾ ਇਹ ਸਰਵੇ ਕਰਦੇ ਰਹਿੰਦੇ ਨੇ ਤੇ ਉਹਨਾਂ ਨੇ ਸੁਜੈਸਟ ਕੀਤਾ ਵਾ ਕਿ ਜਿਹੜੇ UCP ਡੈਨੀਅਲ ਸਮਿਥ ਹੈਗੇ ਨੇ ਇਜ਼ ਸੀਨ ਮਚ ਲੈਸ ਟਰਸਟਵਰਦੀ ਦੈਨ NDP ਰੇਚਲ ਨੋਟਲੀ। ਤੇ ਉਹਨਾਂ ਨੇ ਇੱਕ ਸਕੇਲ ਰੱਖੀ ਸੀ 10 ਨੰਬਰਸ ਦੀ ਤੇ NDP ਲੀਡਰ ਨੂੰ ਉਹਨਾਂ ਨੇ 7.6 ਨੰਬਰ ਦਿੱਤੇ ਨੇ ਤੇ UCP ਲੀਡਰ ਨੂੰ 5.8। ਸੋ ਮੈਨੂੰ ਡੈਫੀਨੇਟਲੀ ਲੱਗਦਾ ਵੀ ਇਹ ਕਿਤੇ ਨਾ ਕਿਤੇ ਜਿੰਨੀਆਂ ਘਟਨਾਕ੍ਰਮ ਚੱਲਿਆ ਪਿਛਲੇ 2-4 ਹਫ਼ਤਿਆਂ ਦੇ ਵਿੱਚ ਜਾਂ 1-2 ਮਹੀਨਿਆਂ ਦੇ ਵਿੱਚ, ਉਹਦਾ ਹੀ ਨਤੀਜਾ ਵਾ ਕਿਤੇ ਨਾ ਕਿਤੇ। ਤੇ ਨਾਲ ਦੇ ਨਾਲ ਮੈਂ ਇਸ ਗੱਲ ਤੇ ਵੀ ਤੁਹਾਡਾ ਪ੍ਰਤੀਕਿਰਿਆ ਲੈਣੀ ਚਾਹਾਂਗਾ ਕਿ ਕੈਲਗਰੀ ਜਿਹੜਾ ਕਿ ਬੈਟਲਫੀਲਡ ਬਣਿਆ ਹੋਇਆ ਵਾ ਪ੍ਰੋਵਿੰਸ਼ੀਅਲ ਇਲੈਕਸ਼ਨਸ ਨੂੰ ਲੈ ਕੇ, ਉੱਥੇ ਵੀ NDP ਨੂੰ ਮੈਨੂੰ ਲੱਗਦਾ ਵੀ ਥੋੜ੍ਹੀਆਂ ਵੱਧ ਸੀਟਾਂ ਮਿਲਣ ਦੇ ਆਸਾਰ ਲੱਗਦੇ ਪਏ ਨੇ। ਸੋ ਓਵਰਆਲ ਕਿਵੇਂ ਦੇਖਣਾ ਚਾਹੋਗੇ ਅਲਬਰਟਾ ਇਲੈਕਸ਼ਨਸ ਨੂੰ, ਵੀ NDP ਦੀ ਸਰਕਾਰ ਬਣਦੀ ਨਜ਼ਰ ਆਉਂਦੀ ਜੀ? ਹਾਂ, ਇੱਕ ਤਾਂ ਮੈਂ ਫਿਰ ਦੁਬਾਰਾ ਉਸ ਗੱਲ ਨੂੰ ਰੀਟਰੇਟ ਕਰਨਾ ਚਾਹੁੰਦਾ ਕਿ ਇਹ ਬਹੁਤ ਸੀਰੀਅਸ ਇਸ਼ੂ ਆ ਜੀ। ਲੋਕਾਂ ਦੇ ਫੰਡਾਮੈਂਟਲ ਰਾਈਟਸ, ਲੋਕਾਂ ਦੀ ਜ਼ਿੰਦਗੀ, ਸਾਡਾ ਭਵਿੱਖ, ਸਾਡੇ ਬੱਚਿਆਂ ਦਾ ਭਵਿੱਖ, ਸਾਰਾ ਕੁਝ ਦਾਅ 'ਤੇ ਲੱਗਾ ਹੋਇਆ ਕਿ ਜਿਹੜੇ ਉੱਥੋਂ ਦੇ ਰੂਲ ਕਰਨ ਵਾਲੀ ਛੋਟੀ ਜਿਹੀ ਕਲਾਸ, ਮੈਂ ਕਹੂੰਗਾ ਮਿਸਲੀਡ ਕਰਕੇ ਜਿਹੜੇ ਮੋਹਰੇ ਆ ਜਾਂਦੇ ਨੇ, ਇੱਕ ਫਰਿੰਜ ਕਮਿਊਨਿਟੀ ਜਿਹੜੀ ਮੌਬ ਮੈਂਟੈਲਿਟੀ ਵਾਲੀ ਕਮਿਊਨਿਟੀ ਆ ਔਰ ਕ੍ਰਿਮੀਨਲ ਐਕਟੀਵਿਟੀਜ਼ 'ਚ ਇਨਵੋਲਵ ਹੈ ਔਰ ਰੇਸਿਸਟ ਵਿਊਜ਼ ਦੇ ਨਾਲ ਭਰੀ ਪਈ ਆ। ਉਹਨਾਂ ਦੇ ਕੈਂਡੀਡੇਟਸ ਦੇ ਵੀ ਲਗਾਤਾਰ ਇਸ਼ੂ ਆ ਰਹੇ ਨੇ ਤੇ ਡੈਨੀਅਲ ਸਮਿਥ ਉਹਦੇ ਤੇ ਬੋਲ ਨਹੀਂ ਰਹੇ। ਉਹ ਇਦਾਂ ਦੀ ਸੋਚ ਲੈ ਕੇ ਆ ਰਹੇ ਨੇ ਜਿਹੜਾ ਕਿ ਬਹੁਤ ਖਤਰਨਾਕ ਰੁਝਾਨ ਹੈ, ਇਹਨੂੰ ਇੱਥੇ ਰੋਕਣਾ ਬਣਦਾ ਹੈ। ਦੂਸਰਾ, ਜਿੱਥੇ ਕੈਲਗਰੀ ਦਾ ਸਵਾਲ ਹੈ, ਤੁਸੀਂ ਜਿਹੜਾ ਇੱਕ ਪਾਪੂਲਰ ਵਿਊ ਹੈ ਉਹ ਵੀ ਦੇਖ ਸਕਦੇ ਹੋ, ਪਰ ਜਿਹੜੀ ਗਰਾਊਂਡ ਰਿਐਲਿਟੀ ਹੈ ਉੱਥੇ ਰੈੱਡ ਡ੍ਰੌਪ ਹੋਣ ਤੋਂ ਬਾਅਦ ਵੀ 2 ਅਨਾਊਂਸਮੈਂਟ ਕਰਨੀਆਂ ਸੀ, ਮੈਨੂੰ ਜਾਣ ਦਾ ਮੌਕਾ ਮਿਲਿਆ ਜੀ, ਔਰ ਉਹਦੇ ਤੋਂ ਪਹਿਲਾਂ ਵੀ ਮੈਂ ਜਾਂਦਾ ਰਿਹਾ। ਗਰਾਊਂਡ ਲੈਵਲ ਤੇ ਟ੍ਰੈਂਡ ਜਿਹੜਾ ਬਹੁਤ ਡਿਫਰੈਂਟ ਹੈ। ਲੋਕਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਜਿਹੜਾ ਸਾਡੇ ਸਾਹਮਣੇ ਚੈਲੰਜ ਹੈ ਇਹਦੇ ਵਿੱਚ ਕੋਈ ਹੁਣ ਇਮੋਸ਼ਨਲ ਹੋਣ ਦੀ ਲੋੜ ਨਹੀਂ। ਇੱਦਾਂ ਦੇ ਲੋਕ ਵੀ ਮਿਲੇ ਜਿਹੜੇ ਕਹਿੰਦੇ ਭਾਈ ਅਸੀਂ NDP ਤਾਂ ਨਹੀਂ ਜ਼ਿੰਦਗੀ 'ਚ ਬਣ ਸਕਦੇ, ਅਸੀਂ 3 ਪੀੜ੍ਹੀਆਂ ਤੋਂ ਕੰਜ਼ਰਵੇਟਿਵ ਹੈ, ਪਰ ਡੈਨੀਅਲ ਸਮਿਥ ਨੂੰ ਵੋਟ ਨਹੀਂ ਕੀਤੀ ਜਾ ਸਕਦੀ। ਵੋਟ ਰਹਿਣਾ ਕੰਜ਼ਰਵੇਟਿਵ ਆ, ਵੋਟ NDP ਨੂੰ ਪਾਉਣੀ ਆ। ਇੱਦਾਂ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਤੇ ਮੈਂ ਸਮਝਦਾ ਇਸ ਗੱਲ ਦੀ ਖੁਸ਼ੀ ਵੀ ਆ ਕਿ ਜਿਹੜੇ ਤੁਹਾਡੇ ਸਿਟੀਜ਼ਨ ਨੇ, ਨਾਗਰਿਕ ਨੇ, ਅਲਬਰਟਾ ਦੇ ਲੋਕ ਨੇ, ਉਹ ਇਸ ਗੱਲ ਨੂੰ ਪਛਾਣਦੇ ਨੇ ਕਿ ਸਾਡਾ ਸਾਰਾ ਕੁਝ ਜਿਹੜਾ ਉਹ ਹੁੱਕ 'ਤੇ ਲੱਗਾ ਹੋਇਆ, ਰਿਸਕ 'ਤੇ ਲੱਗਾ ਹੋਇਆ, ਤਾਂ ਉਹਦੇ ਵਿੱਚ ਉਹਨਾਂ ਦਾ ਆਪਣਾ ਰੋਲ ਜਿਹੜਾ
ਕਿਉਂਕਿ ਰੋਲ ਇਹ ਡੇਲੀ ਬੇਸਿਸ ਤੇ ਨਹੀਂ ਆਉਂਦਾ। ਜੀ 4 ਸਾਲਾਂ 'ਚ ਤੁਸੀਂ ਇੱਕ ਵਾਰੀ ਮਿਸਟੇਕ ਕਰ ਲਈ, ਉਹਦੇ ਇੰਨੇ ਜ਼ਿਆਦਾ ਸਿੱਟੇ ਭੁਗਤੋਗੇ। ਹੂੰ ਜਿਹੜੀ ਇੱਕ ਵਾਰੀ ਚੀਜ਼ ਤੋੜ ਦਿੱਤੀ, ਐਗਜ਼ਾਮਪਲ ਦੇ ਤੌਰ ਦੇ ਉੱਤੇ ਆ, ਇੰਸ਼ੋਰੈਂਸ ਦੀਆਂ ਪ੍ਰਾਈਸਾਂ ਜਿਹੜੀਆਂ 40% ਵੱਧ ਗਈਆਂ, ਹੂੰ ਉਹਨੂੰ ਅਸੀਂ ਆ ਕੇ ਕੈਪ ਤਾਂ ਕਰ ਦਿਆਂਗੇ, ਭਾਵੇਂ ਪਹਿਲੇ ਦਿਨ ਕਰ ਦਈਏ, ਉਹਨੂੰ 40% ਥੱਲੇ ਕਿਵੇਂ ਲਿਆਉਣਾ, ਦੈਟ ਵਿਲ That's a ਬੀ big ਬਿਗ problem, ਇਸ਼ੂ। ਬਿਲਕੁਲ। ਜਿਹੜੀਆਂ ਯੂਟਿਲਿਟੀਜ਼ ਦੀਆਂ ਪ੍ਰਾਈਸਾਂ ਵਧੀਆਂ ਨੇ, ਹੂੰ ਉਹਨਾਂ ਨੂੰ ਅਸੀਂ ਕੈਪ ਤਾਂ ਕਰ ਦਿਆਂਗੇ, ਹੁਣ ਉਹ 13-14 ਸੈਂਟ ਤੇ ਨੇ, ਹੂੰ ਉਹਨਾਂ ਨੂੰ ਕੈਪ ਕਰ ਦਿਆਂਗੇ ਆਉਂਦੇ, ਪਰ ਉਹਨਾਂ ਨੂੰ ਜਿੱਥੇ ਅਸੀਂ ਕੈਪ ਕੀਤਾ ਸੀ 6 ਸੈਂਟ ਦੇ ਉੱਤੇ ਪਹਿਲਾਂ, ਹੂੰ। ਉਹਨਾਂ ਨੂੰ ਉੱਥੇ ਕਿੱਥੇ ਲੈ ਕੇ ਆਉਣਾ, ਉਹ ਬਿਗ ਇਸ਼ੂ ਆ। ਐਂਡ ਥੀਸ ਪੀਪਲ ਨੋ ਦੈਟ, ਇਸੇ ਕਰਕੇ ਸਾਰਾ ਕੁਝ ਡਿਸਮੈਂਟਲ ਕਰਨ ਲੱਗੇ ਹੋਏ ਨੇ, ਹੂੰ ਔਰ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕੀ ਭਰਿਆ, ਲੋਕਾਂ ਦੀ ਜ਼ਿੰਦਗੀ ਨੂੰ ਦੁੱਭਰ ਬਣਾਉਣ ਤੇ ਲੱਗੇ ਹੋਏ ਨੇ। ਹੂੰ ਇਸ ਕਰਕੇ ਜਿਹੜੀ ਮੈਂ ਫਿਰ ਵਾਰ-ਵਾਰ ਕਹਿੰਦਾ ਕਿ ਇਹ ਇਲੈਕਸ਼ਨ ਆਮ ਨਹੀਂ ਹੈ, ਇਹ ਬੜਾ ਕ੍ਰੂਸ਼ੀਅਲ ਟਾਈਮ ਹੈ। ਇਹਨੇ ਡਿਸਾਈਡ ਕਰਨਾ ਕਿ ਅਸੀਂ ਪਿਛਾਂ ਨੂੰ ਜਾਣਾ ਹੂੰ ਆ, ਜਿੱਥੇ ਲੋਕਾਂ ਨੇ ਲੰਬੀਆਂ ਲੜਾਈਆਂ ਲੜੀਆਂ ਆਪਣੇ ਵੋਟ ਦਾ ਹੱਕ ਲੈਣ ਲਈ, ਆਪਣੇ ਹਿਊਮਨ ਰਾਈਟਸ ਲਈ, ਤੇ ਜਿਹੜਾ ਇੱਥੇ ਦਾ ਹੈਲਥ ਕੇਅਰ ਐਸਟੈਬਲਿਸ਼ ਕਰਨ ਲਈ, ਜੀ। ਇੱਥੇ ਦਾ ਐਜੂਕੇਸ਼ਨ ਸਿਸਟਮ ਬਿਲਡ ਕਰਨ ਲਈ, ਜਾਂ ਇਸ ਵੇਲੇ ਅਸੀਂ ਗਾਂਹ ਨੂੰ ਵਧਣਾ ਜਿੱਥੇ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ। ਦੋਸਤ ਸਾਹਿਬ ਬਹੁਤ ਵਧੀਆ ਲੱਗਿਆ ਜੀ, ਤੁਸੀਂ ਸਮਾਂ ਕੱਢਿਆ। ਮੈਨੂੰ ਪਤਾ ਹੁਣ ਦਿਨ ਬਹੁਤ ਥੋੜੇ ਰਹਿ ਗਏ ਨੇ, ਤੁਸੀਂ ਬਿਜ਼ੀ ਬਹੁਤ ਜੇ, ਡੋਰ ਨੌਕਿੰਗ ਵੀ ਜਾਣਾ ਵਾ, ਤੇ ਜਿਹੜੀ ਐਡਵਾਂਸ ਪੋਲ ਆ ਤੁਸੀਂ ਖੁਦ ਵੋਟ ਪਾਉਣ ਜਾਣਾ ਆਫਟਰ ਇਮੀਡੀਏਟਲੀ ਦਿਸ ਇੰਟਰਵਿਊ। ਥੈਂਕ ਯੂ ਵੈਰੀ ਮਚ ਫॉर ਕਮਿੰਗ ਐਂਡ ਡਿਸਕਸਿੰਗ ਯੋਰ ਵਿਊਜ਼। ਧੰਨਵਾਦ ਜੀ, ਮੈਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਜੀ ਸਰਦਾਰ ਜਸਵੀਰ ਸਿੰਘ ਦਿਓਲ, ਜਿਹੜੇ ਕਿ ਐਡਮਿੰਟਨ ਮੈਡੋਜ਼ ਤੋਂ ਐਨਡੀਪੀ ਦੇ ਕੈਂਡੀਡੇਟ ਨੇ, ਔਰ ਆਸਵੰਦ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਡੇਟ ਤੋਂ ਬਾਅਦ ਸਰਕਾਰ ਜਿਹੜੀ ਆ ਐਨਡੀਪੀ ਦੀ ਬਣਨ ਜਾ ਰਹੀ ਆ। ਬਾਕੀ 29 ਮਈ ਤੋਂ ਬਾਅਦ ਡਿਸਾਈਡ ਹੋ ਜਾਏਗਾ ਵੀ ਸਰਕਾਰ ਕਿਹਦੀ ਬਣਦੀ ਆ। ਤੁਸੀਂ ਦੇਖਦੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਤੇ ਮੈਨੂੰ ਦਿਓ ਜੀ ਇਜਾਜ਼ਤ। ਧੰਨਵਾਦ।